ਤਉ ਪ੍ਰਸਾਦ ਸਿਮਰਤੇ ਨਾਮ, ਨਾਨਕ ਕਿਰਪਾਰ ਹਰ ਹਰ ਗੁਰੂ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਗਿਆਨ ਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਹੋਵੈ ਸਿਫਤ ਖਸਮਦੀ, ਨੂਰ ਅਰਸੋਂ ਕੁਰਸੋਂ ਝਟਿਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਖਟਿਆ। ਵਾਹਿਗੁਰੂ ਸਾਹਿਬ ਜੀਓ। ਹੁਣ ਖਾਲਸਾ ਸੰਤਤ ਕਾਲਾ, ਚੱਲ ਆਈ ਭਾ ਭਲੋ ਵਿਸਾਲਾ। ਹੁਣ ਖਾਲਸਾ ਸੰਤਤ ਕਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪ੍ਰੀਤਮਾਨ ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਤ ਸੰਗਤ ਜੀ, ਅਕਾਲ ਪੁਰਖ ਅੰਤਰਜਾਮੀ ਦੀ ਬਖਸ਼ ਦਾ ਸਦਕਾ ਸਤਿਗੁਰੂ ਨਾਨਕ ਦੇਵ ਜੀ ਦਸਵੀਂ ਜੋਤ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਕੇਸਗੜ੍ਹ ਤਖਤ ਤੇ ਸੁਭਾਇਮਾਨ ਹੋ ਕੇ ਜਿਸ ਪ੍ਰਕਾਰ ਆਪ ਜੀ ਨੇ ਸਤ ਸੰਗੀ ਪੰਥ ਖਾਲਸੇ ਦੀ ਨੀਂਹ ਰੱਖੀ, ਵਿਸਾਖੀ ਦੇ ਪੁਰਬ ਤੇ ਆਪ ਨੇ ਪੰਥ ਖਾਲਸਾ ਰਚਿਆ। ਪਿਛਲੀ ਜਿਹੜੀ ਸਤ ਸੰਗੀ ਰਹੁ ਰੀਤੀ ਸੀ ਉਹਨੂੰ ਵੀ ਬਰਕਰਾਰ ਰੱਖਿਆ। ਸੂਰਜਵੰਸ਼ੀ ਖਾਨਦਾਨ ਦੇ ਅੰਦਰ ਆਪ ਜੀ ਦਾ ਅਵਤਾਰ ਹੈ। ਭਾਰਤ ਵਰਸ਼ ਦੋ ਹੀ ਵੰਸ਼ਾਂ ਚਲੀਆਂ ਆ ਰਹੀਆਂ, ਇੱਕ ਚੰਦਰਵੰਸ਼ੀ ਖਾਨਦਾਨ, ਇੱਕ ਸੂਰਜਵੰਸ਼ੀ ਖਾਨਦਾਨ। ਚੰਦਰਵੰਸ਼ੀਆਂ ਵਿੱਚੋਂ ਸਤ ਸ੍ਰੀ ਰਾਮ ਕ੍ਰਿਸ਼ਨ ਆਦਿਕ ਜੀ ਹੋਏ। ਸੂਰਜਵੰਸ਼ੀ ਖਾਨਦਾਨ ਦੇ ਅੰਦਰ ਸਤ ਸੰਗਤ ਜੀ ਰਾਮਚੰਦਰ ਹੋਏ। ਸੂਰਜ ਦਾ ਜਨਮ ਵਿਸਾਖੀ ਵਾਲੇ ਦਿਨ ਦਾ ਮੰਨਿਆ ਹੈ ਸ਼ਾਸਤਰਾਂ ਦੇ ਅੰਦਰ। ਇਸੇ ਤਰ੍ਹਾਂ ਸਤ ਸੰਗਤ ਜੀ ਵਿਸਾਖੀ ਦੇ ਪੁਰਬ ਦੇ ਉੱਤੇ ਹੀ ਪੰਥ ਖਾਲਸਾ ਆਪ ਜੀ ਨੇ ਰਚਿਆ ਹੈ। ਜਿਸ ਪ੍ਰਕਾਰ ਪੰਜਾਂ ਪਿਆਰਿਆਂ ਦੀ ਪਰਖ ਕੀਤੀ, ਇਹ ਕਥਾ ਆਪਾਂ ਸਰਵਣ ਕੀਤੀ। ਆਪ ਜੀ ਨੇ ਸਤ ਸੰਗਤ ਜੀ ਅੰਮ੍ਰਿਤ ਤਿਆਰ ਕੀਤਾ ਹੈ। ਦੇਖ ਲਿਆ ਅੰਮ੍ਰਿਤ ਨੂੰ ਪਰਖ ਕੇ, ਦੋ ਚਿੜਿਆਂ ਨੂੰ ਸਤ ਸੰਗਤ ਜੀ ਇੱਕ ਕਟੋਰੇ ਵਿੱਚ ਥੋੜਾ ਜਿਹਾ ਛਕਾ ਕੇ ਐਸਾ ਵੀਰ ਰਸ ਆਇਆ, ਆਪਸ ਵਿੱਚ ਹੀ ਫੰਗ ਤੋੜ ਤੋੜ ਕੇ ਇੱਕ ਦੂਜੇ ਦੇ ਸ਼ਹੀਦੀਆਂ ਪਾ ਗਏ। ਅੰਮ੍ਰਿਤ ਸਤ ਸੰਗਤ ਜੀ ਪ੍ਰਾਪਤ ਕਰਕੇ ਭਾਗਾਂ ਨਾਲ ਪੂਰਬਲੇ ਕੋਈ ਤਪੱਸੀ ਸਨ, ਮੁਕਤ ਹੋ ਗਏ। ਬਾਬਾ ਗੁਰਬਖਸ਼ ਸਿੰਘ ਜੀ, ਬਾਬਾ ਬੁੱਢਾ ਸਾਹਿਬ ਜੀ ਦੀ 7ਵੀਂ ਪੀੜ੍ਹੀ 'ਚ ਜਿਨ੍ਹਾਂ ਨੇ ਇਹ ਕਥਾ ਸਤ ਸੰਗਤ ਜੀ ਆਪਣੀ ਰਸਨਾ ਤੋਂ ਉਚਾਰੀ ਔਰ ਇਹ ਅੱਖੀਂ ਕੌਤਕ ਦੇਖਿਆ ਅੰਮ੍ਰਿਤ ਤਿਆਰ ਕਰਦਿਆਂ ਨੂੰ, ਚਿੜੇ ਲੜਦੇ ਅੱਖੀਂ ਦੇਖੇ। ਉਹਨਾਂ ਨੇ ਕਿਹਾ, ਹੇ ਸੰਗਤ ਜੀ, ਅਸੀਂ ਉਸ ਵੇਲੇ ਥੋੜੀ ਉਮਰ ਦੇ ਹੀ ਸੀ, ਨੱਠੇ ਗਏ ਮਹਿਲਾਂ 'ਚ। ਮਾਤਾ ਜੀ ਨੂੰ ਜਾ ਕੇ ਦੱਸਿਆ ਵੀ ਇਸ ਤਰ੍ਹਾਂ ਮਹਾਰਾਜ ਜੀ ਨੇ ਅੰਮ੍ਰਿਤ ਤਿਆਰ ਕੀਤਾ ਹੈ, ਦੋ ਚਿੜਿਆਂ ਨੂੰ ਪਿਆ, ਲੜ ਲੜ ਮਰ ਗਏ। ਮਾਤਾ ਜੀ ਉਸੇ ਵੇਲੇ ਹੀ ਉੱਠੇ, ਆ ਕੇ ਪਤਾਸੇ ਅੰਮ੍ਰਿਤ ਵਿੱਚ ਪਾਏ। ਦਸਵੇਂ ਪਾਤਸ਼ਾਹ ਨੇ ਕਿਹਾ, ਹੇ ਘਰ ਵਾਲਿਓ, ਬਹੁਤ ਚੰਗਾ ਕੀਤਾ, ਬੜੇ ਸੋਹਣੇ ਸਿਰ ਮੌਕੇ ਤੇ ਆਏ ਹੋ। ਪੁੱਤਰਾਂ ਧੀਆਂ ਦੀ ਇੱਛਾ ਵਾਸਤੇ ਪਤੀ ਸਤੀ ਦਾ ਸੰਜੋਗ ਜ਼ਰੂਰੀ ਹੈ। ਇਸ ਤਰ੍ਹਾਂ ਪੰਥ ਖਾਲਸਾ ਆਪਣਾ ਪੁੱਤਰ ਹੈ, ਇਹਨੂੰ ਆਪਾਂ ਜਨਮ ਦੇ ਰਹੇ ਹਾਂ। ਤੁਹਾਡੀ ਜ਼ਰੂਰ ਲੋੜ ਸੀ ਇੱਥੇ, ਤੁਸੀਂ ਸਮੇਂ ਸਿਰ ਪਹੁੰਚ ਗਏ ਹੋ। ਇਹ ਮਾਤਾ ਜੀ ਨੂੰ ਸਤ ਸੰਗਤ ਜੀ ਦਸਵੇਂ ਪਾਤਸ਼ਾਹ ਨੇ ਕਿਹਾ ਹੈ। ਜਿਸ ਪ੍ਰਕਾਰ ਸਤ ਸੰਗਤ ਜੀ ਆਪ ਜੀ ਨੇ ਉਸਤ ਕੀਤੀ ਕਿ ਮਠਾਸ ਭਰ ਦਿੱਤੀ, ਤੁਸੀਂ ਆ ਕੇ ਪਰਸਪਰ ਗੁਰਸਿੱਖ ਮਠਾਸ ਦੇ ਪਿਆਰ ਦੇ ਸਹਿਤ ਰਿਹਾ ਕਰਨਗੇ, ਨਹੀਂ ਤਾਂ ਆਪਸ ਵਿੱਚ ਯੁੱਧ ਕਰਕੇ ਸ਼ਹੀਦੀਆਂ ਪਾ ਜਾਇਆ ਕਰਦੇ। ਜਿਵੇਂ ਅੱਗੇ ਸਤ ਸੰਗਤ ਜੀ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਬਖਸ਼ਣਗੇ, ਹਲੇ ਦਿੱਤਾ ਨਹੀਂ ਨਾ, ਅੰਮ੍ਰਿਤ ਛਕਾਇਆ ਨਹੀਂ, ਅੰਮ੍ਰਿਤ ਤਿਆਰ ਕੀਤਾ ਹੈ। ਪੰਜਾਂ ਪਿਆਰਿਆਂ ਦੇ ਸੀਸ ਲਏ ਹਨ, ਪਰਖ ਕੀਤੀ ਹੈ। ਆਪ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ, ਜਿਸ ਪ੍ਰਕਾਰ ਆਪ ਵੀ ਸਤ ਸੰਗਤ ਜੀ ਦਸਵੇਂ ਪਾਤਸ਼ਾਹ ਅੰਮ੍ਰਿਤ ਛਕ ਰਹੇ ਨੇ, ਇਹ ਕਥਾ ਆ ਰਹੀ ਹੈ। ਆਪਾਂ ਸਤ ਸੰਗਤ ਜੀ ਬਿਰਤੀਆਂ ਨੂੰ ਇਕਾਗਰ ਕਰਕੇ ਸੁਣੀਏ। ਹੁਣ ਖਾਲਸਾ ਸੰਤਤ ਕਾਲਾ। ਕੀ ਕਿਹਾ ਦਸਵੇਂ ਪਾਤਸ਼ਾਹ ਨੇ, ਅਜੀਤ ਕੌਰ,
ਆ ਸਮਾਂ ਸੀ ਵਿਸਾਖੀ ਦੇ ਪੁਰਬ ਦੇ ਉੱਤੇ ਪੰਥ ਖਾਲਸਾ ਆਪਣਾ ਪੁੱਤਰ ਪ੍ਰਗਟ ਕਰਨਾ। ਚਲ ਆਈ ਬਾਬਲੋ ਵਿਸਾਲਾ, ਬਹੁਤ ਹੀ ਭਲਾ ਚੰਗਾ ਕੀਤਾ ਤੂੰ ਚੱਲ ਕੇ ਆਈ ਆ ਮੌਕੇ ਤੇ। ਹਿਮ ਕਹੈ ਆਪਣੋ ਪਹੁੰਚ ਪਿਆਰੇ, ਇਉਂ ਕਹਿ ਕੇ ਸਤ ਸੰਗੀ ਪੰਚੋ ਪਿਆਰੇ, ਇਉਂ ਸਤਕਾਰ ਕਰਕੇ ਉਸ ਤੋਂ ਬਾਅਦ ਜੋ ਪੰਜ ਪਿਆਰੇ ਪਰਖੇ ਸਨ, ਦੇਖਨ ਕਰੇ ਖਰੇ ਅਗਵਾਰੇ, ਸਤਿਗੁਰੂ ਜੀ ਨੇ ਸਾਹਮਣੇ ਅੱਗੇ ਖੜੇ ਦੇਖਿਆ ਇਹਨਾਂ ਨੂੰ। ਕਮਲ ਪਾਨ ਅੰਮ੍ਰਿਤ ਕੋ ਲੀਨੋ, ਆਪ ਜੀ ਨੇ ਹਸਤਾਂ ਕਮਲਾਂ 'ਚ ਚੂੜਾ ਲਿਆ ਅੰਮ੍ਰਿਤ ਦਾ। ਇਹ ਕਰ ਤਿਨਹਿ ਪਿਆਵਨ ਕੀਨੋ, ਨੰਬਰਵਾਰ ਸਤ ਸੰਗਤ ਜੀ ਅੰਮ੍ਰਿਤ ਦੇ ਚੂੜੇ ਪਿਉਣੇ ਸ਼ੁਰੂ ਕੀਤੇ, ਨਾਲ ਮੂਲ ਮੰਤਰ ਦ੍ਰਿੜ ਕਰਵਾਇਆ। ਲੋਚਨ ਮਹਿ ਸ਼ਿਰ ਕੇ ਫੁਨ ਮਾਰੇ, ਪਿਆ ਕੇ ਉਸ ਤੋਂ ਬਾਅਦ ਨੇਤਰਾਂ 'ਚ ਪੰਜ ਛਿੱਟੇ ਮਾਰਨਾ ਕੀਤੇ ਪੰਜ ਵੇਰੀ। ਏਸ਼ ਜੂੜ ਮੈਂ ਅੰਜਲ ਡਾਰੇ, ਪੰਜ ਵੇਰੀ ਸਤ ਸੰਗਤ ਜੀ ਚੂੜੀਆਂ ਸੀਸ ਦੇ ਵਿੱਚ ਜੂੜੇ ਚ ਪਾਉਣਾ ਕੀਤੀਆਂ। ਅਸੀਂ ਨਾਮ ਬੂਝ ਭੋ ਕੀਨਾ, ਇਉਂ ਆਪ ਜੀ ਨੇ ਪੰਜਾਂ ਪਿਆਰਿਆਂ ਨੂੰ ਸਤ ਸੰਗਤ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅੰਮ੍ਰਿਤ ਦੀ ਦਾਤ ਬਖਸ਼ੀ। ਨਾਲ ਹੀ ਪੁੱਛਣਾ ਕੀਤਾ ਕਿ ਤੁਸੀਂ ਕਿੱਥੇ ਦੇ ਵਸਣ ਵਾਲੇ ਹੋ। ਭਾਵੇਂ ਅੰਤਰਜਾਮੀ ਨੇ ਸਭ ਜਾਣਦੇ ਨੇ, ਪਰ ਬਦਲਨੇ ਜੋ ਹੋਏ। ਦੱਸੋ ਤੁਸੀਂ ਨਾਉ ਕੀ ਆ ਤੇ ਬਸਣ ਵਾਲੇ ਕਿੱਥੇ ਦੇ ਹੋ। ਬਿਰਥ ਮੈਂ ਦਇਆ ਸਿੰਘ ਕਹਿ ਦੀਨ, ਭਾਈ ਦਇਆ ਸਿੰਘ ਜੀ ਨੇ ਕਹਿ ਦਿੱਤਾ, ਲਬ ਹੋ ਜਨਮ ਬਸਨ ਕੋ ਧਾਮ, ਮਹਾਰਾਜ ਲਾਹੌਰ ਮੇਰਾ ਨਗਰ ਹੈ। ਦਇਆ ਸਿੰਘ ਗੁਰ ਬਖਸ਼ੋ ਨਾਮੋ, ਮਹਾਰਾਜ ਮੈਂ ਪਹਿਲਾਂ ਦਇਆ ਰਾਮ ਸੀ, ਹੁਣ ਤੁਸੀਂ ਮੈਨੂੰ ਦਇਆ ਸਿੰਘ ਨਾਮ ਰੱਖ ਦਿੱਤਾ। ਦੂਸਰ ਕਹੋ ਹਸਤਨਾਪੁਰ ਕੋ, ਦੂਸਰੇ ਸਤ ਸੰਗਤ ਜੀ ਧਰਮ ਸਿੰਘ ਜੀ ਕਹਿਣ ਲੱਗੇ ਜੀ ਅਸੀਂ ਹਸਤਨਾਪੁਰ ਦੇ ਹਾਂ। ਨਾਮ ਧਰਮ ਸਿੰਘ ਮੈਂ ਹੈ ਸਿੱਖ ਗੁਰ ਕੋ, ਮੇਰਾ ਮਹਾਰਾਜ ਤੁਸੀਂ ਧਰਮ ਸਿੰਘ ਨਾਮ ਰੱਖਿਆ, ਅੱਜ ਗੁਰੂ ਕਾ ਸਿੱਖ ਬਣ ਗਿਆ ਹਾਂ ਜੀ। ਤਿਉ ਭਨਤ ਬਹਿਓ ਪ੍ਰਪਾਸੀ, ਤੀਜਾ ਸਤ ਸੰਗਤ ਜੀ ਮੁਖਮ ਸਿੰਘ ਜੀ ਕਹਿਣ ਲੱਗਾ, ਪੁਰੀ ਦਵਾਰਕਾ ਹੈ ਮੰਬਾਸੀ, ਮੈਂ ਜੀ ਬਸਣ ਵਾਲਾ ਦਵਾਰਕਾਪੁਰੀ ਦਾ ਜਿਹੜੀ ਕ੍ਰਿਸ਼ਨ ਭਗਵਾਨ ਨੇ ਸਮੁੰਦਰ ਵਿੱਚ ਵਸਾਈ ਹੈ। ਮੋਹਕਮ ਸਿੰਘ ਨਾਮ ਹੈ ਮੋਰਾ, ਆਪ ਨੇ ਕਿਰਪਾ ਕੀਤੀ ਮੇਰਾ ਨਾਮ ਮੋਹਕਮ ਸਿੰਘ ਰੱਖ ਦਿੱਤਾ ਹੈ। ਚਤੁਰਥ ਸਿੱਖ ਬੋਲਿਓ ਕਰ ਜੋਰਾ, ਚੌਥਾ ਸਿੱਖ ਪੰਜਾਂ ਪਿਆਰਿਆਂ ਚੋਂ ਹੱਥ ਜੋੜ ਕੇ ਬੋਲਿਆ, ਵਿਦਰਪੁਰੀ ਵਾਸੀ ਪਹਿਚਾਨੋ, ਮਹਾਰਾਜ ਜੀ ਪਛਾਣ ਲਓ ਮੈਂ ਨਿਵਾਸੀ ਹਾਂ ਬਿਦਰਪੁਰੀ ਦਾ, ਜਿੱਥੇ ਨਾਨਕ ਝੇਰਾ ਗੁਰਦੁਆਰੇ ਸੰਗਤਾਂ ਦਰਸ਼ਨ ਕਰਨ ਜਾਂਦੀਆਂ। 120 ਮੀਲ ਹਜੂਰ ਸਾਹਿਬ ਤੋਂ ਅੱਗੇ ਦੱਖਣ ਚ ਹੈ। ਸਾਹਿਬ ਸਿੰਘ ਨਾਮ ਮਮ ਜਾਨੋ, ਮੇਰਾ ਨਾਮ ਸੱਚੇ ਪਾਤਸ਼ਾਹ ਅੱਗੇ ਬਾਤ ਤੁਸੀਂ ਸਾਹਿਬ ਸਿੰਘ ਰੱਖਿਆ ਹੈ। ਪੰਚਮ ਕਹਿ ਬਾਸੀ ਜਗਨਨਾਥ, ਪੰਜਵਾਂ ਕਹਿਣ ਲੱਗੇ ਇਹ ਸਵਾਮੀ ਸਤਿਗੁਰੂ ਜੀ ਮੈਂ ਬਸਣ ਵਾਲਾ ਦੱਸਦਾ ਹਾਂ। ਹਿੰਮਤ ਸਿੰਘ ਨਾਮ ਹੈ ਨਾਥ, ਤੁਸੀਂ ਮੇਰਾ ਨਾਮ ਹਿੰਮਤ ਸਿੰਘ ਰੱਖਿਆ। ਹਿਮ ਸਭ ਦੇਸ਼ ਕੇ ਗੁਰੂ ਸਕੇਲੇ, ਮੈਂ ਜੀ ਜਗਨਨਾਥਪੁਰੀ ਦੇ ਰਹਿਣ ਵਾਲਾ ਹਾਂ। ਸੋ ਸਤ ਸੰਗਤ ਜੀ ਜਗਨਨਾਥਪੁਰੀ ਉਹ ਜਗ੍ਹਾ ਉੜੀਸਾ ਦੇ ਇਲਾਕੇ ਵਿੱਚ ਐਨ ਸਮੁੰਦਰ ਦੇ ਕਿਨਾਰੇ, ਜਿਸ ਮੰਦਿਰ 'ਚ ਜਾ ਕੇ ਕ੍ਰਿਸ਼ਨ ਦਾ ਮੰਦਿਰ ਹੈ ਸ੍ਰੀ, ਉੱਥੇ ਕ੍ਰਿਸ਼ਨ ਭਗਵਾਨ ਦੀਆਂ ਆਸਤੀਆਂ ਉੱਥੇ ਸਤ ਸੰਗੀ ਸੰਸਕਾਰੀਆਂ ਗਈਆਂ। ਉਹ ਮੰਦਿਰ ਹੈ ਬੜਾ ਭਾਰੀ। ਰਥ ਯਾਤਰਾ ਅੱਜ ਕੱਲ੍ਹ ਵੀ ਤੁਰੀ ਫਿਰਦੀ ਹੈ, ਪਰ ਉੱਥੇ ਰਥ ਸਾਲ ਬਾਅਦ ਸਤ ਸੰਗਤ ਜੀ ਜਲੂਸ ਕੱਢਿਆ ਕਰਦੇ ਆ। ਕ੍ਰਿਸ਼ਨ ਦੇ ਟਾਈਮ ਦਾ ਬੜਾ ਭਾਰੀ ਰਥ ਹੈ। ਉਹਨਾਂ ਦੀ ਭਾਵਨਾ ਕਿ ਰਥ ਆਪੇ ਹੀ ਚੱਲਦਾ ਉਸ ਦਿਨ। ਪਾਂਡੇ ਉਸ ਨੂੰ ਸਤ ਸੰਗੀ ਖਿੱਚਦੇ ਹਨ, ਪੱਥਰ ਦੇ ਪਹੀਏ ਬਣ ਲੱਗੇ ਹੋਏ ਨੇ। ਮੰਦਿਰ ਬਹੁਤ ਸਤ ਸੰਗੀ ਤਕਰੀਬਨ 100 ਫੁੱਟ ਦੇ ਅੰਦਾਜ਼ੇ ਨਾਲ ਉੱਚਾ ਹੈ ਬਹੁਤ। ਉੱਥੇ ਹੀ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਹੈ, ਤੇ ਜਿੱਥੇ ਮੰਗੂ ਮੱਟ ਉਸਦਾ ਨਾਮ ਹੈ, ਜਿੱਥੇ ਸਤ ਸੰਗੀ ਉਦਾਸੀ ਸੇਵਾ ਕਰਦੇ ਰਹੇ ਸਾਧੂ। ਆਪ ਜੀ ਨੇ ਗਗਨਮੈ ਥਾਰ ਰਵਚਨ ਦੀਪਕ ਬਨੇ ਤਾਰ ਕਮੰਡਲ ਜਨਕ ਮੋਤੀ, ਇਹ ਆਪ ਜੀ ਨੇ ਸ਼ਬਦੋਚਾਰਨ ਕੀਤਾ ਹੈ। ਉਸ ਮੰਦਿਰ ਸਾਹਮਣੇ ਖੜ ਕੇ ਪਾਂਡਿਆਂ ਨੂੰ ਸਿੱਖਿਆ ਦਿੱਤੀ। ਸਮੁੰਦਰ ਤੋਂ ਸਤ ਸੰਗਤ ਜੀ ਬਿਲਕੁਲ ਕਿਨਾਰੇ ਹੀ ਸਮਝੋ। ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਬਹੁਤਾ ਨੇੜੇ ਹੈ, ਮੰਦਿਰ 1 ਕਿਲੋਮੀਟਰ ਪਿੱਛੇ ਹਟਵਾ ਹੈ। ਸੋ ਆਪ ਇਹ ਸਤ ਸੰਗਤ ਜੀ ਹਿੰਮਤ ਸਿੰਘ ਜੀ ਉੱਥੇ ਦੇ ਸਨ। ਚਾਰੋਂ ਵਰਨ ਏਕ ਕਰ ਮੇਲੇ, ਆਪ ਜੀ ਨੇ ਚੌਹਾਂ ਵਰਨਾਂ ਨੂੰ ਇੱਕ ਕਰ ਦਿੱਤਾ। ਅਬ ਤੇ ਕਹੋ ਅਨੰਦਪੁਰ ਵਾਸੀ, ਮਹਾਰਾਜ ਕਹਿੰਦੇ ਲਓ ਭਾਈ ਹੁਣ ਵਾਸੀ ਖਾਲਸੇ ਦੀ ਅਨੰਦਪੁਰ ਸਾਹਿਬ ਹੈ। ਅੱਗੇ ਵਾਸਤੇ ਵੱਖਰੇ ਵੱਖਰੇ ਪਿੰਡਾਂ ਦਾ ਨਾਮ ਨਹੀਂ ਲੈਣਾ। ਪੰਚੋ ਨਾਮ ਧਰੇ ਗੁਣ ਰਾਸੀ, ਸਤ ਸੰਗਤ ਜੀ ਗੁਣਾ ਦੇ ਖਜ਼ਾਨੇ ਸਤਿਗੁਰਾਂ ਨੇ ਪੰਜਾਂ ਦੇ ਨਾਮ ਰੱਖ ਦਿੱਤੇ। ਸ੍ਰੀ ਗੁਰ ਪੁਨ ਸਭ ਰਹਿਤ ਬਤਾਈ, ਸਾਰੀ ਦਸਵੇਂ ਪਾਤਸ਼ਾਹ ਰਹਿਤ ਬਹਿਤ ਦਸੀ ਸਿੱਖੀ ਦੀ। ਜਿਸ ਦੇ ਸਦਾ ਆਨੰਦ ਕੋ ਪਾਈ, ਜਿਸ ਰਹਿਤ ਬਹਿਤ ਨੂੰ ਰੱਖਣ ਵਾਲੇ ਸਿੱਖ ਸਦਾ ਆਨੰਦ ਪਾਉਣਗੇ, ਖੁਸ਼ੀ ਮੰਨਣਗੇ। ਮੀਣੇ ਅਰਮ ਸੰਦ ਧਰਮ
ਧਰਮ ਲੀਏ। ਮਹਾਰਾਜ ਨੇ ਸਤ ਸੰਗਤ ਜੀ ਸਿੱਖਿਆ ਦੇਣੀ ਆਰੰਭ ਕੀਤੀ। ਕਹਿੰਦੇ ਭਾਈ ਮੀਣੇ ਪਿਰਥੀ ਚੰਦ ਦੀ ਔਲਾਦ ਸਤ ਸੰਗਤ ਜੀ ਸੋਢੀ। ਮੀਣਾ ਸਤ ਸੰਗਤ ਜੀ ਉਹ ਹੁੰਦਾ ਜਾਂ ਟੇਢਾ ਜਾਂ ਦੇਖੇ। ਇਹ ਜਿਹੜਾ ਪਿਰਥੀ ਚੰਦ ਸੀ ਗੁਰੂ ਅਰਜਨ ਦੇਵ ਜੀ ਦਾ ਵੱਡਾ ਸਾਹਿਬਜ਼ਾਦਾ, ਇਹ ਟੇਢਾ ਜਾਂ ਦੇਖਦਾ ਸੀ, ਇਸ ਕਰਕੇ ਇਹਦਾ ਨਾਮ ਮੀਣਾ ਪਿਆ ਹੋਇਆ। ਜਿਹੜੇ ਪਿਰਥੀ ਚੰਦ ਦੀ ਔਲਾਦ ਦੇ ਨੇ, ਜਿਨ੍ਹਾਂ ਨੇ ਈਰਖਾ ਕੀਤੀ ਗੁਰੂ ਅਰਜਨ ਦੇਵ ਜੀ ਨਾਲ ਸਾਰੀ ਜ਼ਿੰਦਗੀ, ਸੁਲੀ ਵਰਗਿਆਂ ਨੂੰ ਚੜਾ ਚੜਾ ਕੇ ਪਿਰਥੀਆ ਲਿਆਉਂਦਾ ਰਿਹਾ, ਉਹਨਾਂ ਨਾਲ ਵਰਤਣਾ ਨਹੀਂ ਖਾਲਸੇ ਨੇ। ਮਸੰਦਾਂ ਨਾਲ ਨਹੀਂ ਵਰਤਣਾ ਜਿਹੜੇ ਸਿੱਖਾਂ ਦਾ ਖੂਨ ਚੂਸਦੇ ਰਹੇ ਚੇਤੋ ਵਰਗੇ। ਜਿਸ ਮਸੰਦ ਨੇ ਸੀਹੇ ਨੇ ਗੁਰੂ ਤੇਗ ਬਹਾਦਰ ਜੀ ਦੇ ਮੱਥੇ 'ਚ ਗੋਲੀ ਮਾਰੀ ਸੀ, ਸਤ ਸੰਗਤ ਜੀ ਪਿੱਛੇ ਪ੍ਰਸੰਗ ਆਪਾਂ ਸੁਣ ਚੁੱਕੇ ਹਾਂ। ਮਹਾਰਾਜ ਨੇ ਕੀ ਕਿਹਾ ਸੀ? ਧੀਰ ਮੱਲ ਦੀ ਚੱਕ ਚਾ ਕੇ ਗੋਲੀ ਮਾਰੀ। ਕਹਿੰਦੇ ਭਲਾ ਧੀਰ ਮੱਲਾ ਭਲਾ, ਭਲਾ ਧੀਰ ਮੱਲਾ ਭਲਾ, ਤੇਰਾ ਭਲਾ ਹੋਵੇ, ਬੁਰਾ ਨਹੀਂ ਚਿਤਵੇ ਆਪ ਜੀ ਨੇ। ਐਸੇ ਜਿਹੜੇ ਮਸੰਦ ਖੂਨ ਚੂਸਣ ਵਾਲੇ ਸਿੱਖਾਂ ਦਾ, ਉਹਨਾਂ ਨਾਲ ਵਰਤਣਾ ਨਹੀਂ। ਮੀਣਿਆਂ ਨਾਲ, ਮਸੰਦਾਂ ਨਾਲ, ਧੀਰ ਮੱਲੀਆਂ ਨਾਲ। ਜਿਹੜਾ ਕਰਤਾਰਪੁਰੀਆ ਧੀਰ ਮੱਲ ਸੀ, ਸਭ ਭੂਤਾਂ ਹੁਣ ਤਾਈਂ ਕੱਢੀ ਜਾਂਦੇ ਨੇ, ਵਡਭਾਗ ਸਿੰਘ ਵਰਦੇ ਕੇ ਡੇਰੇ ਤੁਰੇ ਫਿਰਦੇ, ਉਹਨਾਂ ਨਾਲ ਵਰਤਣਾ ਨਹੀਂ ਹੈ। ਕੁੜੀ ਮਾਰ ਰਮ ਰਹੀ ਨਾ ਮਿਲੀਏ। ਰਾਮ ਰਾਈਆਂ ਨਾਲ ਨਹੀਂ। ਦਸਵੇਂ ਪਾਤਸ਼ਾਹ ਨੂੰ ਦੇਖ ਕੇ ਰਾਮ ਰਾਏ ਦੀ ਸੰਗਤ ਪਿੱਠ ਕਰਕੇ ਖੜ ਗਈ ਸੀ। ਦਸਵੇਂ ਪਾਤਸ਼ਾਹ ਨੇ ਜਾ ਕੇ ਐਵੇਂ ਨਹੀਂ, ਮੈਂ ਰਾਮ ਰਾਈਏ ਮਸੰਦਾਂ ਨੂੰ ਵੀ ਦੰਡ ਦਿੱਤਾ ਦੇਹਰਾਦੂਨ ਜਾ ਕੇ, ਜਿਨ੍ਹਾਂ ਨੇ ਜਿਉਂਦੇ ਸਾੜ ਦਿੱਤਾ ਸੀ ਰਾਮ ਰਾਏ ਨੂੰ। ਇਹ ਘਟਨਾ ਗੁਜ਼ਾਰਦੇ ਸਤ ਸੰਗਤ ਜੀ ਅਨੰਦਪੁਰੀ ਇਹ ਮਸੰਦ ਵੀ, ਜੇ ਦਸਵੇਂ ਪਾਤਸ਼ਾਹ ਸਜ਼ਾ ਨਾ ਦਿੰਦੇ, ਇਹ ਵੀ ਹੋ ਸਕਦਾ ਸੀ ਗੁਰੂਆਂ ਨੂੰ ਜਿਉਂਦੇ ਸਾੜਨ ਤੱਕ ਵੀ ਇਹ ਜਾਂਦੇ। ਐਸੀ ਇਹਨਾਂ ਦੀ ਬੁੱਧੀ ਪੂਜਾ ਨੇ ਮਲੀਨ ਕਰ ਦਿੱਤੀ ਸੀ ਸਤ ਸੰਗਤ ਜੀ। ਦਇਆ ਖਿਮਾ ਰਹੀ ਨਹੀਂ ਸੀ ਇਹਨਾਂ ਦੇ ਅੰਦਰ। ਤੇ ਦੂਤੀ ਪੰਜਵੇਂ ਸਤ ਸੰਗਤ ਜੀ ਕੌਣ ਨੇ? ਮੀਣੇ, ਮਸੰਦ, ਧੀਰ ਮੱਲੀਏ, ਰਾਮ ਰਾਈਏ। ਪੰਜਵੇਂ ਸਤ ਸੰਗਤ ਜੀ ਹਨ ਕੁੜੀ ਮਾਰ। ਅੱਗੇ ਕੁੜੀਆਂ ਨੂੰ ਮਾਰ ਦਿੰਦੇ ਸੀ ਲੋਕ ਵੀ, ਕੋਈ ਸਾਡਾ ਜਮਾਈ ਨਾ ਬਣੇ। ਇਹ ਵੀ ਅਤਿਅੰਤ ਪਾਪ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੀ ਸਤ ਸੰਗਤ ਜੀ, ਇਹ ਪਰਉਪਕਾਰ ਦਾ ਬਦਲਾ ਬੀਬੀਆਂ ਦੇ ਸਕਦੀਆਂ ਨੇ? ਕੁੜੀ ਮਾਰ ਹੋਵੇ, ਕੁੜੀ ਵੇਚ ਹੋਵੇ, ਉਹਦੇ ਨਾਲ ਵਰਤਣਾ ਨਹੀਂ। ਅੱਗੇ ਕੁੜੀਆਂ ਨੂੰ ਵੇਚ ਦਿੰਦੇ ਸੀ ਸਤ ਸੰਗਤ ਜੀ ਲੋਕ। ਆਪ ਜੀ ਨੇ ਕਿਹਾ ਇਹ ਅਤਿਅੰਤ ਪਾਪੀ ਹਨ, ਇਹਨਾਂ ਦੇ ਨਾਲ ਖਾਲਸਾ ਜੀ ਆਪਾਂ ਵਰਤਣਾ ਨਹੀਂ ਹੈ। ਸਵਾਰਜ ਬਣੇ ਅੰਮ੍ਰਿਤਸਰ ਜੀ। ਅੰਮ੍ਰਿਤ ਛਕਣ ਵੇਲੇ ਹੁਣ ਵੀ ਸਿੱਖਿਆ ਦਿੱਤੀ ਜਾਂਦੀ ਹੈ। 2.5 ਰੁਪਈਏ ਹੁਣ ਤਾਂ ਕੁਝ ਵੀ ਨਹੀਂ ਹਨ। ਉਦੋਂ 2.5 ਰੁਪਈਏ 7 ਰੁਪਈਏ ਦਾ ਤਾਂ ਕਿਲੋ ਘਿਓ ਆਉਂਦਾ ਸੀ। ਉਦੋਂ ਉਹਨਾਂ ਸਮਿਆਂ 'ਚ ਅਧਿਕ ਹੀ ਆਉਂਦਾ ਸੀ। ਆਪ ਜੀ ਦਾ ਹੁਕਮ ਸੀ ਕਿ ਜਦੋਂ ਸਾਡਾ ਸਿੰਘ ਅੰਮ੍ਰਿਤਸਰ ਸਾਹਿਬ ਜਾਵੇ, ਅਕਾਲ ਤਖਤ ਤੇ 1.25 ਰੁਪਈਆ ਭੇਟਾ ਕਰੇ ਜਾ ਕੇ ਹਰਿਮੰਦਰ ਸਾਹਿਬ ਅੰਮ੍ਰਿਤਸਰ। 1.25 ਰੁਪਈਆ ਦੇਗ ਦੀ ਰਸਤ ਵਾਸਤੇ ਜਦੋਂ ਅੰਮ੍ਰਿਤ ਛਕਣਾ ਆਪਾਂ ਸਤ ਸੰਗਤ ਜੀ ਜਿਹੜੇ ਪੰਜ ਪਿਆਰੇ ਨੇ ਉਹਨਾਂ ਦਾ ਸਤਿਕਾਰ ਕਰਦੇ ਹਾਂ। ਅੰਮ੍ਰਿਤ ਦੀ ਕੋਈ ਕੀਮਤ ਨਹੀਂ ਹੈ। ਅੰਮ੍ਰਿਤ ਪੀਆ ਸਤਿਗੁਰ ਦੀਆ, ਅਬ ਨਾ ਜਾਣਾ ਦੂਆ ਤੀਆ, ਇਹ ਜ਼ਰੂਰ ਦੇਣਾ ਹੈ। ਹੁਣ ਵੀ ਸਤ ਸੰਗਤ ਜੀ ਸਿੱਖਿਆ ਹੈ, ਜਦੋਂ ਤਖਤਾਂ ਤੇ ਜਾਈਏ ਨਾ, ਉਦੋਂ ਅਧਿਕ ਤੋਂ ਅਧਿਕ ਸਤ ਸੰਗਤ ਜੀ ਅਰਦਾਸ ਕਰਾਉਣੀ ਹੈ। ਇੱਥੋਂ ਜੇ ਕੋਈ ਗੁਰਮੁਖ ਜਾਵੇ ਸਤ ਸੰਗਤ ਜੀ, ਮੈਂ ਅੰਦਾਜ਼ੇ ਨਾਲ ਕਹਾਂਗਾ ਵੀ ਘੱਟ ਤੋਂ ਘੱਟ 1000-1100 ਗੁਰੂ ਕਾ ਸਿੰਘ ਅਰਦਾਸ ਕਰਾਵੇ ਜਦੋਂ ਤਖਤ ਤੇ ਜਾਵੇ। ਪਹਿਲੀ ਵਾਰੀ ਜਾਣਾ ਤਾਂ ਜ਼ਰੂਰੀ ਕਰਾਉਣੀ ਹੈ। ਉਸ ਤੋਂ ਬਾਅਦ ਵੀ ਸਤ ਸੰਗਤ ਜੀ ਕੀ ਘਟਦਾ ਹੈ? ਮਾਇਆ ਹੱਥਾਂ ਦੀ ਮੈਲ ਹੈ, ਬਿਮਾਰੀਆਂ ਤੇ ਲੱਗਦੀ, ਮੁਕੱਦਮੇਬਾਜ਼ੀਆਂ ਤੇ ਲੱਗਦੀ, ਕਿੱਥੇ ਕਿੱਥੇ ਲੱਗਦੀ ਮਾਇਆ। ਸਤ ਸੰਗਤ ਜੀ ਲੇਖੇ ਬਹੁਤ ਘੱਟ ਲੱਗਦੀ ਹੈ, ਕਮਾਉਂਦੇ ਸਾਰੇ ਹਾਂ ਆਪਾਂ। ਸ਼ਰਾਬਾਂ ਕਬਾਬਾਂ ਤੇ ਲੱਗਦੀ, ਜੇ ਗੁਰੂ ਘਰ ਲੱਗੇਗੀ ਸਤ ਸੰਗਤ ਜੀ ਸਕਾਰਤਾ ਹੋਵੇਗਾ ਜਨਮ। ਦਸਵੇਂ ਪਾਤਸ਼ਾਹ ਉਹਨਾਂ ਦੀ ਸਤ ਸੰਗਤ ਜੀ ਉਹਨਾਂ ਤੇ ਖੁਸ਼ੀਆਂ ਬਖਸ਼ਣਗੇ। ਸੋ ਮਹਾਰਾਜ ਦੱਸ ਰਹੇ ਨੇ ਭਾਈ, ਜਦੋਂ ਵੀ ਤਖਤ ਤੇ ਜਾਣਾ ਹਰਿਮੰਦਰ ਸਾਹਿਬ, ਉਦੋਂ 1.25 ਰੁਪਈਆ ਭੇਟਾ ਕਰਨਾ ਹੈ। ਇਸੇ ਤਰ੍ਹਾਂ ਪੰਜਾਂ ਪਿਆਰਿਆਂ ਦੀ 1.25 ਰੁਪਈਆ ਭੇਟਾ ਅੰਮ੍ਰਿਤ ਜਦੋਂ ਛਕਣਾ ਹੈ। ਹਿਮਦੇ ਪਾਹਲ ਦਾ ਜੋ ਗੁਰੂ ਜੀ, ਕਿਉਂ ਗੁਰੂ ਸਾਹਿਬ ਜੀ ਕਹਿਣ ਲੱਗੇ ਜਿਹੜੇ ਪਾਹਲ ਅੰਮ੍ਰਿਤ ਛਕਾਉਣ ਵਾਲੇ ਨੇ ਉਹਨਾਂ ਨੂੰ ਦੇਣੀਆਂ ਭੇਟਾ। ਪਟੋ ਪ੍ਰੇਮ ਕਰ ਨਿਤ ਗੁਰਬਾਣੀ। ਸਿੱਖਿਆ ਦਿੰਦੇ ਨੇ, ਕਹਿੰਦੇ ਨੇ ਇਹਨਾਂ ਨਾਲ ਵਰਤਣਾ ਨਹੀਂ। ਨਾਲ ਹੀ ਜਿਹੜੀ ਗੁਰਬਾਣੀ ਹੈ ਦਾ ਪੂਰਾ ਅਦਬ ਰੱਖਣਾ ਤੇ ਪ੍ਰੇਮ ਨਾਲ ਪੜ੍ਹਨੀ ਹੈ। ਗੁਰਬਾਣੀ ਵਿੱਚ ਵੀ ਸਤ ਸੰਗਤ ਜੀ ਆਪਾਂ ਕਈ ਗੈਰ ਪੂਰਵੋਕਤ ਵਿਚਾਰ ਚੁੱਕੇ ਹਾਂ। ਦੁਨੀਆ ਕਹਿੰਦੀ ਹੈ ਗੁਰਬਾਣੀ ਕਿਹੜਾ ਬੋਲਦੀ ਹੈ, ਦੇਹ ਧਾਰੀ ਨੂੰ ਗੁਰੂ ਧਾਰੋ। ਗੁਰਬਾਣੀ ਤਾਂ ਭਾਈ ਆਵਾਜ਼ਾਂ ਮਾਰਦੀ ਹੈ।
ਹਉ ਵਾਰੀ ਮੁਖ ਫੇਰ ਪਿਆਰੇ, ਕਰ ਬਿਟ ਦੇ ਮੁਖ ਕਾਹੇ ਕੋ ਮਾਰੇ। ਮੈਂ ਤੇ ਤੋ ਗੁਰਸਿੱਖ ਬਲਿਹਾਰ ਕੁਰਬਾਨ ਜਾਂਦੀ ਹਾਂ, ਮੈਨੂੰ ਪਿੱਠ ਦੇ ਕੇ ਨਾ ਮਾਰ। ਮੈਂ ਤੇਰੇ ਵਾਸਤੇ ਸੱਚਖੰਡ ਤੋਂ ਆਈ ਹੈ, ਧੁਰਕੀ ਬਾਣੀ ਆਈ ਤੈਨੂੰ ਸਗਲੀ ਚਿੰਤ ਮਟਾਈ। ਇਹ ਬਾਣੀ ਸੱਚ ਸੱਚਖੰਡ ਵਿੱਚੋਂ ਆਈ ਹੈ, ਇੱਥੇ ਦੀ ਕਿਰਤ ਨਹੀਂ ਹੈ। ਗੁਰਬਾਣੀ ਗੁਰੂ ਸਰੂਪ ਹੈ। ਜਿਨ੍ਹਾਂ ਨੇ ਗੁਰਬਾਣੀ ਨੂੰ ਇੱਥੇ ਦਾ ਲਿਟਰੇਚਰ ਸਮਝਿਆ ਸਤ ਸੰਗਤ ਜੀ, ਉਹਨਾਂ ਦੇ ਮੰਦ ਭਾਗ ਨੇ, ਉਹਨਾਂ ਨੂੰ ਲੱਭੇਗਾ ਕੱਖ ਨਹੀਂ। ਗੁਰਬਾਣੀ ਨਰੋਰ ਸਤ ਸੰਗਤ ਜੀ ਗੁਰੂ ਸਰੂਪ ਹੈ ਔਰ ਸੱਚਖੰਡ ਵਿੱਚੋਂ ਆਈ ਹੈ। ਹਉ ਵਾਰੀ ਮੁਖ ਫੇਰ ਪਿਆਰੇ, ਆਵਾਜ਼ ਮਾਰਦੀ ਹੈ ਗੁਰਬਾਣੀ। ਮੈਂ ਜਿਵੇਂ ਮਾਂ ਕਹਿੰਦੀ ਹੈ, ਮਾਂ ਸਤ ਸੰਗਤ ਜੀ ਪੁੱਤ ਨੂੰ ਰੁੱਸੇ ਹੋਏ ਨਹੀਂ ਸਹਾਰ ਸਕਦੀ। ਰੋਸਾ ਬੱਚੇ ਦਾ ਕੀ ਹੁੰਦਾ, ਪਿੱਠ ਕਰ ਲੈਂਦਾ ਮਾਂ ਬਾਪ ਵੱਲ। ਬੱਚਾ ਮਾੜਾ ਜਿਹਾ ਪਿੱਠ ਕਰਕੇ ਦਿਖਾਵੇ, ਮਾਂ ਦਾ ਕਾਲਜਾ ਨਿਕਲਣਾ ਸ਼ੁਰੂ ਹੋ ਜਾਂਦਾ, ਪੁੱਤ ਮੇਰੇ ਵੱਲ ਪਿੱਠ ਨਾ ਕਰ, ਦੱਸ ਤੂੰ ਕੀ ਚਾਹੁੰਦਾ। ਨਾਲੇ ਸਤ ਸੰਗਤ ਜੀ ਮਤਲਬੀ ਸੰਬੰਧ ਹੈ। ਜਦੋਂ ਜਵਾਨ ਬੱਚਾ ਹੋ ਜਾਂਦਾ ਉਸੇ ਮਾਂ ਨੂੰ ਪੁੱਛਦਾ ਨਹੀਂ ਹੈ। ਗੁਰੂ ਕਾ ਪਿਆਰ ਤਾਂ ਇੱਕ ਰਸ ਹੈ ਸਤ ਸੰਗਤ ਜੀ ਆਪਣੇ ਨਾਲ। ਗੁਰਬਾਣੀ ਐਸੀ ਹੈ ਸਤ ਸੰਗਤ ਜੀ, ਲੋਕ ਪਰਲੋਕ ਵਿੱਚ ਵੀ ਆਪਣਾ ਸਹਾਰਾ ਹੈ। ਹੋ ਬਾਰੀ ਮੁਖ ਫੇਰ ਪਿਆਰੇ, ਕਰ ਬਿਟ ਦੇ ਮੁਖ ਕਾਹੇ ਕੋ ਮਾਰੇ। ਜੋ ਤਨ ਚੀਰੇ ਅੰਗ ਨਾ ਮੋਰੋਂ, ਪਿੰਡ ਪਰੇ ਤੋਂ ਪ੍ਰੀਤ ਨਾ ਤੋਰੋਂ। ਇਹ ਗੁਰਸਿੱਖ ਤੂੰ ਮੈਨੂੰ ਪਿੱਠ ਨਾ ਦੇ। ਸਿੱਖ ਕਹੋ ਨਾ ਤੂੰ ਗੁਰੂ ਨਾਨਕ ਦੇਵ ਜੀ ਦਾ, ਪਿੱਠ ਦੇਵੇਂ ਮੈਨੂੰ ਪੜ੍ਹੇ ਨਾ ਵਿਚਾਰੇ ਨਾ, ਮੈਂ ਤੇਰੀ ਪਿੱਠ ਨਹੀਂ ਸਹਾਰ ਸਕਦੀ। ਕਰ ਬਿਟ ਦੇ ਮੁਖ ਕਾਹੇ ਕੋ ਮਾਰੇ, ਮੈਨੂੰ ਪਿੱਠ ਦੇ ਕੇ ਕਿਉਂ ਮਾਰਦਾ, ਮੇਰੀ ਜਾਨ ਕੱਢਦਾ ਹੈ। ਮੈਂ ਆਈ ਤੇਰੇ ਵਾਸਤੇ ਉਤਰੀ ਹਾਂ ਮਾਤ ਡੇਕ ਦੇ ਅੰਦਰ। ਜੋ ਤਨ ਚੀਰੇ ਅੰਗ ਨਾ ਮੋਰੋਂ, ਜੇ ਤੇਰਾ ਕੋਈ ਤੇਰੀ ਪਰਖ ਕਰੇ, ਤੈਨੂੰ ਆਰੇ ਨਾ ਮਾਈ ਮਤੀ ਦਾਸ ਮੰਗੂ ਨਾ, ਦੁਫਾਰ ਚੀਰ ਦੇਵੇ, ਮੈਂ ਅੰਗ ਨਾ ਮੋਰੋਂ, ਮੈਂ ਤੇਰਾ ਪੱਖ ਤੋਂ ਪਿੱਛੇ ਨਹੀਂ ਹਟਾਂਗੀ, ਤੇਰੇ ਨਾਲ ਨਿਭਾਂਗੀ। ਕੋਈ ਸਤ ਸੰਗਤ ਜੀ ਝੂਠੀ ਬਾਤ ਨਹੀਂ। ਜਦੋਂ ਮਤੀ ਦਾਸ ਜੀ ਆਰੇ ਨਾਲ ਚੀਰੇ ਗਏ, ਪੰਜ ਪ੍ਰਮਾਣ ਦੀ ਪੌੜੀ ਤੇ ਜਪਜੀ ਸਾਹਿਬ ਦਾ ਪਾਠ ਕਰ ਰਹੇ ਸੀ। ਜਦੋਂ ਪੂਰੇ 2 ਫਾੜੇ ਹੋ ਗਏ, ਸਾਰਾ ਜਪਜੀ ਸਾਹਿਬ ਦੋਨਾਂ ਫਾੜਿਆਂ ਵਿੱਚ ਸਤ ਸੰਗਤ ਜੀ ਆਵਾਜ਼ਾਂ ਨਿਕਲ ਕੇ ਪੂਰਾ ਹੋਇਆ, ਜੋ ਪਾਠੀ ਸਿੰਘ ਭੋਗ ਪਾਉਂਦੇ। ਗੁਰਮੁਖ ਰੋਮ ਰੋਮ ਹਰ ਧਿਆਵੈ, ਇਹ ਸਤ ਸੰਗਤ ਜੀ ਗੁਰਬਾਣੀ ਨੇ ਸਾਥ ਦਿੱਤਾ। ਭਾਈ ਮਨੀ ਸਿੰਘ ਦਾ ਬੰਦ ਕੱਟ ਦਿੱਤਾ। ਸੁਖਣੀ ਸਾਹਿਬ ਪੜ੍ਹੀ ਗਏ ਮੌਜ ਨਾਲ। ਜਦੋਂ ਸਾਰੇ ਸਰੀਰ ਦੇ ਅੰਗ ਕੱਟੇ ਗਏ, ਸੀਧੀ ਪਾ ਲਈ, ਸਾਰਿਆਂ ਟੁਕੜਿਆਂ ਚੋਂ ਸੁਖਣੀ ਸਾਹਿਬ ਪੂਰੀ ਹੋਈ। ਬ੍ਰਹਮ ਗਿਆਨੀ ਦੀ ਅਸ਼ਟਪਦੀ ਵਾਲੀ ਸਤ ਸੰਗਤ ਸੁਖਣੀ ਸਾਹਿਬ ਦੀ 8ਵੀਂ ਅਸ਼ਟਪਦੀ ਤੇ ਆ ਕੇ ਸਾਰਾ ਸਰੀਰ ਟੁਕੜੇ ਟੁਕੜੇ ਕਰ ਦਿੱਤਾ। ਜਿੰਨੀਆਂ ਉਸ ਤੋਂ ਬਾਅਦ ਅਸ਼ਟਪਦੀਆਂ 16 ਸੀ, ਸਾਰੀਆਂ ਜੇ ਟੋਕਰੇ 'ਚ ਟੁਕੜੇ ਪਾਏ ਸੀ ਸਰੀਰ ਦੇ, ਉਹਨਾਂ 'ਚੋਂ ਆਵਾਜ਼ਾਂ ਆਈਆਂ। ਜੋ ਤਨ ਚੀਰੇ ਅੰਗ ਨਾ ਮੋਰੋਂ, ਪਿੰਡ ਪਰੇ ਤੋਂ ਪ੍ਰੀਤ ਨਾ ਤੋਰੋਂ। ਜੇ ਤੇਰਾ ਪਿੰਡਾ ਡਿੱਗ ਪੂਗਾ ਨਾ, ਜਿੱਦਣ ਤੇਰੀ ਅੰਤ ਦਾ ਸਮਾਂ ਆਊ, ਤੇਰੇ ਨਾਲੋਂ ਪੁੱਤ ਮੈਂ ਪ੍ਰੀਤੀ ਨਹੀਂ ਤੋੜਦੀ, ਤਾਂ ਪਰ ਤੂੰ ਮੇਰੇ ਵੱਲ ਨੂੰ ਪਿੱਠ ਨਾ ਦੇ। ਹਮ ਤੋਂ ਵਿੱਚ ਭਇਓ ਨਹੀਂ ਕੋਈ, ਤੇਰੇ ਤੇ ਮੇਰੇ 'ਚ ਪੜਦਾ ਨਹੀਂ ਹੋਣਾ ਚਾਹੀਦਾ ਕੋਈ ਵੀ। ਗੁਰਬਾਣੀ ਪੜਦਾ ਗੁਰਸਿੱਖ ਗੁਰਬਾਣੀ ਦਾ ਰੂਪ ਧਾਰ ਜਾਂਦਾ। ਇਹੀ ਜੀ ਅੰਮ੍ਰਿਤਮਈ ਬਾਣੀ ਬਾਰੇ ਸਤ ਸੰਗਤ ਜੀ ਆਪ ਜੀ ਦੱਸ ਰਹੇ ਨੇ। ਗੁਰਬਾਣੀ ਦਾ ਅਦਬ ਕਰਨਾ ਹੈ। ਅੱਜ ਸਾਰੀ ਦੁਨੀਆ ਦੇ ਜੀਵਾਂ ਨੂੰ ਮ੍ਰਿਤੂ ਤੋਂ ਬਾਅਦ ਧਰਮ ਰਾਜਾ ਦੰਡ ਦੇਣ ਵਾਲਾ ਜਿਹੜਾ ਬੈਠਾ ਆਪਣੀ ਕਚਹਿਰੀ 'ਚ, ਉਹ ਆਪਨੇ ਸੁਣਿਆ ਹੋਣਾ, ਲੰਗੜਾ ਹੈ, ਝੋਟੇ ਦੀ ਸਵਾਰੀ ਕਰਦਾ ਹੈ। ਸ਼ਾਸਤਰਕਾਰ ਦੱਸਦੇ ਨੇ, ਸ਼ਾਸਤਰਾਂ 'ਚ ਵੀ ਲਿਖਿਆ ਹੈ। ਜੇ ਪੁੱਛੀਏ ਲੰਗੜਾ ਕਿਉਂ ਹੈ, ਉਹਨੇ ਮਾਂ ਦੇ ਲੱਤ ਮਾਰੀ ਸੀ ਤਾਂ ਉਹ ਲੰਗੜਾ ਹੈ। ਜਿਹੜਾ ਸਾਰੀ ਦੁਨੀਆ ਦੇ ਜੀਵਾਂ ਨੂੰ ਮ੍ਰਿਤੂ ਕਾਲ ਤੋਂ ਬਾਅਦ ਹਿਸਾਬ ਕਿਤਾਬ ਲੈਂਦਾ ਹੈ। ਧਰਮ ਰਾਜ ਜਦ ਲੇਖਾ ਮੰਗੇ ਤਾਂ ਤੁਮ ਕਿਆ ਮੁੱਖ ਲੈ ਕੇ ਜਾਏਗਾ। ਜਦ ਉਹ ਲੰਗੜਾ ਮਾਂ ਦੇ ਲੱਤ ਮਾਰਨ ਵਾਲਾ ਸਤ ਸੰਗਤ ਜੀ, ਹੋਰ ਜਿਹੜਾ ਬੰਦਾ ਕੋਈ ਮਾਂ ਦੇ ਲੱਤ ਮਾਰੂ, ਉਹਦੇ ਨਾਲ ਕਿੱਥੇ ਦੀ ਲਿਹਾਜ਼ ਹੈ। ਅੱਜ ਇਸੇ ਗੁਰਬਾਣੀ ਦੀ ਜੇ ਕੋਈ ਬੇਅਦਬੀ ਕਰੂਗਾ ਸਤ ਸੰਗਤ ਜੀ, ਮਾਂ ਦੇ ਤੁੱਲ ਹੈ ਗੁਰਬਾਣੀ, ਕੀ ਉਹ ਛੁੱਟ ਜਾਵੇਗਾ। ਇਸ ਕਰਕੇ ਖਾਲਸਾ ਜੀ ਗੁਰਬਾਣੀ ਦਾ ਬਹੁਤ ਹੀ ਅਦਬ ਤੇ ਭੈ ਰੱਖਣਾ ਹੈ। ਗੁਰਬਾਣੀ ਜਿਨ ਭੈ ਨਹੀਂ ਧਾਰਾ, ਜਾਣੋ ਸੋ ਨਹੀਂ ਸਿੱਖ ਹਮਾਰਾ। ਜਿਨ੍ਹਾਂ ਨੇ ਗੁਰਬਾਣੀ ਦਾ ਅਦਬ ਭੈ ਨਹੀਂ ਕੀਤਾ, ਮਹਾਰਾਜ ਕਹਿੰਦਾ ਸਾਡਾ ਤਾਂ ਸਿੱਖ ਹੀ ਨਹੀਂ ਹੈ। ਗੁਰੂ ਅਰਜਨ ਦੇਵ ਜੀ ਆਪ ਸਤ ਸੰਗਤ ਜੀ ਲਿਖਣ ਵਾਲੇ, ਗੁਰਬਾਣੀ ਆਪ ਸਰੂਪ ਤਿਆਰ ਕਰਨ ਵਾਲੇ। ਜਿੱਥੇ ਮਹਾਰਾਜ ਦਾ ਪੁਰਖ ਸਤ ਸੰਗਤ ਜੀ ਸੁਖਾ ਸੁਣਦਾ, ਪਲੰਘ ਦੇ ਥੱਲੇ ਪਿਆ ਕਰਦੇ।
ਦੇਖੋ ਜਾ ਕੇ ਬਹੁਤ ਸਾਰੇ ਸਤ ਸੰਗੀ ਸਥਾਨਾਂ ਤੇ ਕਿੰਨੀ ਕੁ ਅਦਬ ਤੇ ਸਤਿਕਾਰ ਦੇ ਨਾਲ ਸੇਵਾ ਹੋ ਰਹੀ ਹੈ। ਨਾਨਕਸਰ ਜਾ ਕੇ ਦੇਖੋ ਸਤ ਸੰਗਤ ਆ ਕਲੇਰਾਂ ਵਾਲੀ ਸੰਪਰਦਾ ਨੇ, ਗੁਰਮੁਖ ਨੇ, ਹੋਰ ਥਾਂ ਥਾਂ ਤੇ ਸਾਧੂਆਂ ਸਥਾਨਾਂ ਤੇ ਜਾ ਕੇ ਦੇਖੋ ਕਿ ਗੁਰਬਾਣੀ ਦਾ ਅਦਬ ਕਿਵੇਂ ਹੋ ਰਿਹਾ ਹੈ। ਸੋ ਪ੍ਰੇਮੀ ਜਨੋ, ਉਸ ਗੁਰਬਾਣੀ ਨੂੰ ਮਹਾਰਾਜ ਕਹਿ ਰਹੇ ਨੇ, ਇਹ ਗੁਰਸਿੱਖੋ ਖਾਲਸਾ ਜੀ, ਗੁਰਬਾਣੀ ਪੜ੍ਹਨੀ ਆਇਓ ਸੁਣਨ ਪੜ੍ਹਨ ਕੋ ਬਾਣੀ, ਨਾਮ ਬਸਾਰ ਲੱਗੇ ਅਨ ਲਾਲਚ ਬਿਰਥਾ ਔਦ ਸਰਾਣੀ। ਥਾਂ ਥਾਂ ਤੇ ਸਤ ਸੰਗਤ ਜੀ ਗੁਰਬਾਣੀ ਪੜ੍ਹਨ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਸਿੱਖਿਆ ਦਿੱਤੀ ਹੈ। ਗੁਰੂ ਕਾ ਸਿੱਖ ਪੜ੍ਹੇ, ਲੇਕਿਨ ਬਲਿਹਾਰ ਜਾਈਏ ਸਤਿਗੁਰਾਂ ਦੀ ਸਿੱਖਿਆ ਤੋਂ, ਔਰ ਬਚ ਕੇ ਰਹੀਏ ਆ ਕਲਯੁਗ ਦੀ ਹਵਾ ਤੋਂ। ਜਿਹੜੇ ਸਤ ਸੰਗਤ ਜੀ ਦਰਿਆਵਾਂ ਦੇ ਕਿਨਾਰੇ ਤੇ ਆਪਣੀਆਂ ਚੌਂਕੀਆਂ ਲਾਉਂਦੇ, ਭੇਖੀ ਲੋਕ ਡੰਬੀ ਗੁਰੂ ਕਹਾ ਕਹਾ ਕੇ ਦੁਨੀਆ ਨੂੰ ਆਪਣੇ ਮਗਰ ਲਾਉਂਦੇ, ਉਹ ਪਤਾ ਕਿਹੋ ਜਿਹੇ ਸਲੋਕ ਘੜਦੇ ਨੇ। ਉਹ ਗੁਰੂ ਘਰ ਦੇ ਨਿੰਦਕ ਹਨ। ਆ ਰਾਮ ਰਾਈਆਂ ਧੀਰ ਮੱਲੀਆਂ ਨਾਲੋਂ ਘੱਟ ਨਹੀਂ ਹਨ। ਉਹ ਪਤਾ ਕੀ ਕਹਿੰਦੇ ਨੇ? ਉਹ ਕਹਿੰਦੇ ਨੇ ਗੁਰਬਾਣੀ ਛਿਲਕ ਪ੍ਰੇਮ ਦੇ, ਚੱਕ ਚੱਕ ਚੂਪਣ ਲੋਕ, ਆਪ ਨਾ ਗੰਨਾ ਚੂਪਦੇ, ਪੜ ਛੱਡਦੇ ਸਲੋਕ। ਇਹੋ ਜਿਹੇ ਟੋਟਕੇ ਬਣਾਉਂਦੇ ਨੇ। ਕਹਿੰਦੇ ਜੀ ਗੁਰਬਾਣੀ ਆ ਨਾ, ਇਹ ਤਾਂ ਜਿਹਨੇ ਗੰਨਾ ਚੂਪ ਕੇ ਛਿਲਕਾਂ ਸਿੱਟੀਆਂ ਹੁੰਦੀਆਂ, ਐ ਕਿ ਗੁਰੂ ਕੀ ਸਿੱਟੀਆਂ ਹੋਈਆਂ ਗੁਰੂ ਨਾਨਕ ਦੇਵ ਜੀ ਦੀਆਂ, ਐਵੇਂ ਸਿੱਖ ਕੇ ਛਿਲਕਾਂ ਚੱਕ ਚੱਕ ਕੇ ਦੁਬਾਰਾ ਮੂੰਹ 'ਚ ਚੂਪੀ ਜਾਂਦੇ। ਐਸੇ ਨਿੰਦਕ ਬੈਠੇ ਨੇ ਖਾਲਸਾ ਜੀ, ਉਹਨਾਂ ਦੇ ਧੱਕੇ ਚੜ ਕੇ ਕਿਤੇ ਗੁਰਸਿੱਖੀ ਤੋਂ ਪਿੱਛੇ ਨਾ ਹਟ ਜਿਓ। ਕਹਿੰਦੇ ਗੰਨਾ ਚੂਪਣਾ ਚਾਹੀਦਾ ਕਿ ਛਿਲਕਾਂ? ਇਹੀਆਂ ਜੀ ਯੁਕਤੀਆਂ ਦੇ ਨਾਲ ਜਿਹੜੇ ਸਤ ਸੰਗਤ ਜੀ ਨਵੇਂ ਨੌਜਵਾਨ ਪੀੜ੍ਹੀ ਹੈ, ਉਹਨਾਂ ਨੂੰ ਗੁਰਬਾਣੀ ਤੋਂ ਪਿੱਛੇ ਹਟਾ ਰਹੇ। ਇਦੂ ਵੱਡਾ ਮਹਾਪਾਪ ਕਿਆ ਹੋਵੇਗਾ? ਗੁਰਬਾਣੀ ਕਦੇ ਪੁਰਾਣੀ ਨਹੀਂ ਹੋਈ। ਸਤਿਗੁਰ ਮੇਰਾ ਨਿਤ ਨਵਾਂ, ਨਾ ਆਵੇ ਨਾ ਜਾਏ, ਉਹ ਬਨਾਸੀ ਪੁਰਖ ਹੈ ਸਮੈ ਰਿਹਾ ਸਮਾਏ। ਐਸ ਗੁਰਬਾਣੀ ਨੂੰ ਸਤ ਸੰਗਤ ਜੀ ਪੜ੍ਹਨ ਵਾਸਤੇ ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅੰਮ੍ਰਿਤ ਛਕਾ ਕੇ ਪੰਜਾਂ ਪਿਆਰਿਆਂ ਨੂੰ ਸਿੱਖਿਆ ਦੇ ਰਹੇ ਹਨ। ਸਿੰਘਨ ਸੇਵਾ ਕਰੋ ਮਹਾਨੀ, ਨਾਲ ਹੀ ਗੁਰਬਾਣੀ ਪੜ੍ਹਨੀ ਹੈ ਖਾਲਸਾ ਜੀ ਜਿੰਨਾ ਚਿਰ ਜ਼ਿੰਦਗੀ ਹੈ, ਔਰ ਸਿੰਘਾਂ ਦੀ ਬੜੀ ਭਾਰੀ ਸੇਵਾ ਕਰਨੀ ਹੈ। ਸੰਗਤ ਦੀ ਸੇਵਾ ਤੋਂ ਪਿੱਛੇ ਨਹੀਂ ਹਟਣਾ। ਆਪਸ ਵਿਖੈ ਪ੍ਰੇਮ ਕੋ ਧਰਨਾ, ਨਾਲ ਹੀ ਆਪਸ ਵਿੱਚ ਹੀ ਲੜਨਾ ਨਹੀਂ ਕਦੇ ਵੀ। ਜੇ ਸਿੱਖ ਸਿੱਖ ਨੂੰ ਗਾਲ ਕੱਢੇ, ਕਿਹਨੂੰ ਲੱਗੀ? ਗੁਰੂ ਸਾਹਿਬ ਨੂੰ ਲੱਗੀ। ਜੇ ਇੱਕ ਮਾਂ ਦੇ ਪੁੱਤ ਹੋਣ ਗਾਲ ਕੱਢਣ ਆਪਸ ਵਿੱਚ ਹੀ, ਉਹਦੇ ਮਾਂ ਬਾਪ ਨੂੰ ਲੱਗੀ, ਉਹਦੇ ਭੈਣ ਭਾਈ ਨੂੰ ਲੱਗੀ, ਵੰਡਿਆ ਤਾਂ ਕੁਝ ਨਹੀਂ। ਇਸ ਤਰ੍ਹਾਂ ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ, ਕਦੇ ਗੁਰਸਿੱਖ ਫਿੱਕਾ ਬਚਨ ਨਾ ਮੂੰਹੋਂ ਬੋਲੇ। ਇਹ ਰਸਨਾ ਦੇ ਉੱਤੇ ਅੰਮ੍ਰਿਤ ਮਹਾਰਾਜ ਨੇ ਸਤ ਸੰਗਤ ਜੀ ਬਖਸ਼ਿਆ ਹੋਇਆ। ਇਹ ਅੰਮ੍ਰਿਤ ਦੀ ਦਾਤ ਲੈ ਕੇ ਰਸਨਾ ਨਾਲ ਚੱਕ ਕੇ ਅੰਮ੍ਰਿਤ ਨੂੰ, ਇਹ ਗਾਲਾਂ ਕੱਢਣ ਜੋਗੀ, ਨਿੰਦਿਆ ਕਰਨ ਜੋਗੀ ਰਹਿ ਗਈ ਰਸਨਾ। ਇਹ ਥੋੜਾ ਜਿਹਾ ਸਤ ਸੰਗਤ ਜੀ ਵਿਚਾਰ ਦੇ ਸਹਿਤ ਨਿੰਦਿਆ ਚੁਗਲੀ ਗਾਲ ਕੱਢਣੋਂ ਫਿੱਕੇ ਬਚਨ ਨਾ ਰਸਨਾ ਦੇ ਨਾਲ ਬੋਲੇ। ਸੋ ਇਸੇ ਤਰ੍ਹਾਂ ਸਤ ਸੰਗਤ ਜੀ ਪੜ੍ਹੋ ਪੰਕਤੀ ਕੀ ਹੈ। ਆਪਸ ਵਿਖੈ ਪ੍ਰੇਮ ਕੋ ਧਰਨਾ, ਆਪਸ ਵਿੱਚ ਪ੍ਰੇਮ ਰੱਖਣਾ, ਕਦੇ ਲੜਨਾ ਨਹੀਂ। ਜੇ ਲੜਾਈ ਕੌਣ ਕਰਾਉਂਦਾ? ਕ੍ਰੋਧ ਕਰਾਉਂਦਾ ਹੈ। ਇਹ ਕਲ ਮੂਲ ਕ੍ਰੋਧੰ ਕਦੰਚ ਕਰਨਾ ਨਾ ਉਪਰਜਤੇ। ਇਹ ਲੜਾਈ ਦਾ ਮੁੱਢ ਕ੍ਰੋਧ, ਤੂੰ ਕਿਰਪਾ ਨਹੀਂ ਆਉਣ ਦਿੰਦਾ। ਅੰਧ ਕਰੋ ਦਰਗ ਬੰਤਨ ਕੋ ਸੁਰਤ ਬੰਤਨ ਕੋ ਬਦਰੋ ਕਰ ਡਾਰੋ। ਕ੍ਰੋਧ ਕਹਿੰਦਾ ਜਿਹਦੇ ਵਿੱਚ ਆ ਜਾਵਾਂ ਨਾ, ਉਹਨੂੰ ਅੰਨਾ ਕਰ ਦਿੰਦਾ। ਅੱਖਾਂ ਹੁੰਦੀਆਂ ਕਹਿੰਦਾ ਮੈਨੂੰ ਨਹੀਂ ਕੋਈ ਦਿਖਦਾ, ਕੰਨਾਂ ਹੁੰਦਿਆਂ ਬੋਲਾ ਕਰ ਦਿੰਦਾ, ਕਹਿੰਦੀ ਮੈਨੂੰ ਹੁਣ ਨਾ ਕੋਈ ਦਿਸਦਾ ਨਾ ਸੁਣਦਾ, ਮੈਨੂੰ ਕਿਹੜਾ ਫੈਰ ਕਰ ਲੈਣ ਦੇ, ਫੇਰ ਤੇਰੇ ਨਾਲ ਗੱਲ ਕਰੂੰ। ਇਹੋ ਜਿਹਾ ਕ੍ਰੋਧ ਦਾ ਪ੍ਰਭਾਵ ਹੈ। ਜਦੋਂ ਸਤ ਸੰਗਤ ਐਸਾ ਕ੍ਰੋਧ ਆਵੇ, ਕੋਈ ਲੜਾਈ ਨੂੰ ਨੌਬਤ ਪਹੁੰਚੇ, ਪਹਿਲੀ ਗੱਲ ਤਾਂ ਸਿੱਖ ਨਾਲ ਲੜੇ ਨਾ, ਸੰਕੋਚੇ ਕਿ ਕ੍ਰੋਧ ਦੀ ਮਿਹਰਬਾਨੀ ਹੈ ਮੈਂ ਬਚ ਜਾਵਾਂ ਕ੍ਰੋਧ ਤੋਂ। ਜੇ ਨਹੀਂ ਰਿਹਾ ਜਾਂਦਾ, ਕਦੇ ਵੀ ਸਤ ਸੰਗਤ ਜੀ ਸਿੱਖ ਤੇ ਹੱਥ ਚੱਕੇ, ਸੀਸ ਤੇ ਨਾ ਕਦੇ ਵੀ ਉਂਗਲ ਕਰੇ। ਸੀਸ ਗੁਰੂ ਕਾ ਹੈ। ਜਿੰਨੇ ਸਿੱਖ ਮਾਈ ਭਾਈ ਨੇ, ਸਾਰਿਆਂ ਨੇ ਸੀਸ ਆਪਾਂ ਗੁਰੂ ਸਾਹਿਬ ਨੂੰ ਦਿੱਤੇ ਹੋਏ ਨੇ। ਅਮਾਨਤ ਹੈ ਆਪਣੇ ਕੋਲੇ, ਤਤ ਕਾਹਤੇ ਨਹੀਂ ਸਿੰਘ ਸ਼ਹੀਦੀਆਂ ਪਾਉਣ ਤੋਂ ਪਿੱਛੇ ਹਟਦੇ। ਜੇ ਕਿਸੇ ਦੀ ਇਮਾਨਤ ਰੱਖੀ ਹੋਵੇ ਆਪਾਂ ਨਾ ਦਈਏ, ਉਹ ਕਹਿੰਦੇ ਵੀ ਤੇਰੇ ਕੋਲ ਗਾਂ ਨੂੰ ਦਿੰਦੇ ਹੀ ਨਹੀਂ ਅਸੀਂ। ਇਹ ਸੀਸ ਗੁਰੂ ਕੀ ਅਮਾਨਤ ਹੈ। ਇਹ ਸਮਝ ਲਵੇ ਕਿ ਸੀਸ ਗੁਰੂ ਕਾ, ਜੇ ਮੈਂ ਇਹਦੇ ਤੇ
ਸੋ ਬੇਅਦਬੀ ਕੀਤੀ ਤਾਂ ਗੁਰੂ ਕਾ ਦੇਣਦਾਰ ਹੋਊਗਾ। ਇਸ ਕਰਕੇ ਆਪਸ ਵਿੱਚ ਹੀ ਪਿਆਰ ਰੱਖਣਾ ਸਿੱਖਾਂ ਨੇ। ਗੁਰ ਨਿੰਦਕ ਸ਼ਤਰਨ ਹਰ ਕਰਨਾ ਹੱਥ ਕਰਨਾ। ਜਿਹੜੇ ਗੁਰੂ ਘਰ ਦੇ ਨਿੰਦਕ ਹੋਣ ਉਹ ਦੁਸ਼ਮਣ ਨੇ, ਉਹਨਾਂ ਨੂੰ ਮਾਰਨਾ ਹੈ। ਮਹਾਰਾਜ ਕਹਿੰਦੇ ਸ਼ਸਤਰਧਾਰੀ ਹੋ ਕੇ ਸ਼ਸਤਰਨ ਕੋ ਨਿਤ ਪ੍ਰਤਿਆ ਅਭਿਆਸੋ ਹੋ। ਸਦਾ ਵਾਸਤੇ ਸ਼ਸਤਰਾਂ ਦਾ ਵੀ ਅਭਿਆਸ ਰੱਖਣਾ ਹੈ। ਕਦੇ ਕੰਨਿਆ ਰਾਸੀ ਨਹੀਂ ਬਣਨਾ, ਸ਼ਸਤਰਧਾਰੀ ਸੂਰਮੇ ਰਹਿਣਾ। ਨਹੀਂ ਤੁਰਕ ਪਰਿਉਰ ਵਿਸ਼ਵਾਸੋ। ਹਿਰਦੇ ਚ ਤੁਰਕ ਦੇ ਉੱਤੇ ਕਦੇ ਭਰੋਸਾ ਨਹੀਂ ਕਰਨਾ ਮੁਸਲਮਾਨ ਤੇ। ਕੇਸਨ ਅਦਬ ਨ ਕਛ ਬਿਨ ਰਹਿਣਾ। ਕੇਸਾਂ ਦਾ ਅਦਬ ਰੱਖਣਾ ਹੈ, ਝੂਠੇ ਹੱਥ ਨਹੀਂ ਕੇਸਾਂ ਨੂੰ ਲਾਉਣੇ ਕਦੇ ਵੀ। ਕਦੇ ਨੰਗੇ ਨਹੀਂ ਰੱਖਣੇ, ਨੰਗੇ ਬਾਹਰ ਨਹੀਂ ਤੁਰੇ ਫਿਰਨਾ। ਜੇ ਗੰਦਾ ਧੂਆਂ ਨਾ ਸੱਚ ਸੰਗੀ ਛੋ ਜਾਵੇ ਕੇਸਾਂ ਨੂੰ। ਇਸੇ ਤਰ੍ਹਾਂ ਲੰਗਰ ਦੇ ਵਿੱਚ, ਦਰਬਾਰ ਦੇ ਅੰਦਰ ਕਦੇ ਵੀ ਨੰਗੇ ਕੇਸੀ ਨਹੀਂ ਇੱਧਰ ਉੱਧਰ ਘੁੰਮਣਾ। ਸੋ ਕੇਸਾਂ ਦਾ ਅਦਬ ਰੱਖਣਾ ਹੈ। ਸੋ ਆਪ ਜੀ ਫਰਮਾਉਂਦੇ ਨੇ ਨਾ ਕੱਛ ਬੰਨ ਰਹਿਣਾ, ਕਛਹਿਰੇ ਤੋਂ ਬਿਨਾਂ ਵੀ ਨਹੀਂ ਕਦੇ ਰਹਿਣਾ। ਵੀ ਚਲੋ ਅਸੀਂ ਤਾਂ ਮੰਨੇ ਕਿ ਸਿੱਖ ਹੈ, ਨਹਾਉਣ ਵੇਲੇ ਪਰਨਾ ਪਾ ਲੈਣਾ, ਮਗਰੋਂ ਫਿਰ ਉਹੀ ਕਛਹਿਰਾ ਪਾ ਲੈਣਾ ਲੋਕਾਂ ਨੂੰ ਦਿਖਾਉਣ ਲਈ। ਐ ਨਹੀਂ ਕਰਨਾ। ਦੋ ਕਛਹਿਰੇ ਰੱਖਣੇ ਨੇ। ਜਦੋਂ ਕੋਈ ਸਿੰਘ ਪ੍ਰੇਮੀ ਚੜ੍ਹਾਈ ਕਰ ਜੇ ਉਦੋਂ ਵੀ ਸਤ ਸੰਗਤ ਜੀ ਇਸ਼ਨਾਨ ਤੋਂ ਬਾਅਦ ਉਹਦੇ ਕਮਰ ਕਸੇ ਦੂਜਾ ਕਛਹਿਰਾ ਬੰਨ੍ਹ ਦੇਈਦਾ ਹੈ ਕਿ ਜਿਵੇਂ ਸਾਬਤ ਸੂਰਤ ਨੇ ਰੱਖੀ ਰਹਿਤ ਵਹਿਤ, ਵਿਦਿਆ ਵੀ ਉਵੇਂ ਜਿਵੇਂ ਉਸ ਨੂੰ ਕਰਨਾ ਸਤ ਸੰਗਤ ਜੀ ਆਪਾਂ। ਸੋ ਕਛਹਿਰੇ ਤੋਂ ਬਿਨਾਂ ਇਹ ਜੰਮਣ ਮਰਨ ਦਾ ਪੜਦਾ ਹੈ। ਕਛਹਿਰਾ ਬੜਾ ਸੁੰਦਰ ਮਹਾਰਾਜ ਨੇ ਬਖਸ਼ਿਆ। ਇਹ ਤੋਂ ਕਛਹਿਰੇ ਤੋਂ ਬਿਨਾਂ ਰਾਤ ਦਿਨ ਕਦੇ ਨੰਗੇ ਸੌਣਾ ਨਹੀਂ। ਨੰਗਿਆਂ ਨੇ ਸਤ ਸੰਗਤ ਜੀ ਖਾਣਾ ਪੀਣਾ ਨਹੀਂ। ਕੋਈ ਕਿਰਿਆ ਸਿੱਖ ਨੇ ਨੰਗੇ ਸਿਰ ਨਾ ਤੇੜੋਂ ਨੰਗਾ ਕੁਝ ਕੋਈ ਕਿਰਿਆ ਨਹੀਂ ਕਰਨੀ। ਅਰਧ ਨਾਮ ਸਿੰਘਰ ਨਹਿ ਕਹਿਣਾ। ਆ ਵੀ ਮਹਾਰਾਜ ਨੇ ਸਿੱਖਿਆ ਦਿੱਤੀ, ਭਾਈ ਸਿੰਘ ਦਾ ਅੱਧਾ ਨਾਂ ਨਹੀਂ ਲੈਣਾ ਕਦੇ ਵੀ। ਜਿਹੜਾ ਸਿੰਘ ਨਾਂ ਮਹਾਰਾਜ ਨੇ ਬਖਸ਼ ਦਿੱਤਾ, ਅਮਰਦਾਰ ਸਿੰਘ ਕਹਿ ਕੇ ਬੁਲਾਓ ਹਰ ਇੱਕ ਨੂੰ। ਪਹਿਲੀ ਗੱਲ ਤਾਂ ਜੇ ਆਪਣਾ ਭਲਾ ਲੋਚਦੇ ਹੋ ਤਾਂ ਜੀ ਕਹਿ ਕੇ ਬੁਲਾਓ। ਗੁਰਬਾਣੀ ਦੀ ਗਵਾਹੀ ਹੈ, ਜੇ ਕੋ ਜੀਓ ਕਹੇ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਜੇ ਕੋਈ ਸਿੱਖਾਂ ਨੂੰ ਜੀ ਕਹਿ ਕੇ ਬੁਲਾਵੇ ਨਾ, ਉਹਨਾਂ ਨੂੰ ਸਤ ਸੰਗਤ ਜੀ ਜਮ ਨਹੀਂ ਨੇੜੇ ਆਉਂਦਾ ਹੈ। ਜੱਲਣ ਜੱਟ ਸੀ, ਉਹਨੂੰ ਸ਼ਾਹੂਕਾਰ ਸਤ ਸੰਗਤ ਜੀ ਜਦੋਂ ਮਜ਼ਦੂਰੀ ਦਿੰਦਾ, ਵਿਚਾਰਾ ਦਿਹਾੜੀ ਕਰਿਆ ਕਰਦਾ, ਗਰੀਬ ਸੀ, ਭਗਤ ਸੀ, ਮਾਇਆ ਨਹੀਂ ਸੀ ਚਾਹੁੰਦਾ। ਦਿਹਾੜੀ ਕਰਕੇ ਧਰਮ ਦੀ ਕਿਰਤ ਕਰਕੇ ਆਹਾਰ ਮਾਤਰ ਭੋਜਨ ਦੀ ਲੋੜ ਹੋਣੀ। ਆਪਦੇ ਘਰ ਵਾਲੀ ਰਾਮਕੀ ਦੇ ਨਾਲ ਛਪਰੀ ਬਣਾ ਕੇ ਰਿਹਾ ਕਰਦਾ। ਜਿਹੜੇ ਸਾਹੂਕਾਰ ਦੇ ਜਾ ਕੇ ਦਿਹਾੜੀ ਕਰਦਾ, ਸ਼ਾਮ ਨੂੰ ਸਾਰਿਆਂ ਨੂੰ ਦਿਹਾੜੀ ਦਿੰਦਾ। ਭੀੜ ਮਜ਼ਦੂਰਾਂ ਦੀ ਸਾਰੀ ਹੁੰਦੀ, ਮਜ਼ਦੂਰ ਹਰ ਕੋਈ ਕਹਿੰਦਾ ਮੈਂ ਪਹਿਲਾਂ ਜਾਵਾਂ ਲੈ ਕੇ ਪੈਸੇ। ਇਹਨੇ ਪਰੇ ਹੋ ਕੇ ਬਾਣੀ ਪੜ੍ਹਨ ਲੱਗ ਜਾਣਾ ਰਹਿ ਰਾਤ ਦੀ। ਜਦੋਂ ਵਿਹਲ ਹੋ ਜਾਣਾ, ਸ਼ਾਹੂਕਾਰ ਨੇ ਆਪ ਹੀ ਕਹਿਣਾ ਆਓ ਜੱਲਣ ਜੱਟ ਜੀ ਤੁਸੀਂ ਵੀ ਆਪਣੀ ਮਜ਼ਦੂਰੀ ਲੈ ਲਓ। ਇੱਕ ਦਿਨ ਜੱਲਣ ਜੱਟ ਨੇ ਸੁੱਤੇ ਸਿੱਧੇ ਮੱਥੇ ਵੱਲ ਦੇਖਿਆ ਸ਼ਾਹੂਕਾਰ ਦੇ, ਕਹਿੰਦਾ ਇਹਦੇ ਤਾਂ ਹੁਣ 5-7 ਦਿਨ ਹੀ ਰਹਿੰਦੇ ਨੇ, ਇਹਨੇ ਤਾਂ ਚੜ੍ਹਾਈ ਕਰ ਜਾਣਾ, ਉਮਰ ਇਹਦੀ ਖਤਮ ਹੋ ਚੱਲੀ। ਘਰ ਆ ਗਿਆ, ਘਰ ਆ ਕੇ ਰਾਮਕੀ ਨੂੰ ਕਹਿੰਦਾ ਰਾਮਕੀ ਤੈਂ ਵੀ ਹੁਣ ਤਾਂ ਮੇਰੇ ਕੋਲੋਂ ਪਹਿਲਾਂ ਹੀ ਵਿਦਿਆ ਹੋ ਜਾਣਾ ਹੈ। ਇਉਂ ਸਤ ਸੰਗਤ ਜੀ ਭਗਤਾਂ ਦੀਆਂ ਜਿਹੜੀਆਂ ਲੀਲਾ ਚੋਜ ਨੇ ਉਹ ਵੱਖਰੇ ਹੀ ਨੇ ਦੁਨੀਆ ਨਾਲੋਂ। ਬੈਠ ਕੇ ਕਹਿੰਦਾ ਤੈਂ ਵੀ ਜਾਣਾ ਹੈ, ਪਰ ਇਉਂ ਕਰੀ ਸ਼ਾਹੂਕਾਰ ਨੇ 2 ਦਿਨ ਤੇ ਤੋਂ ਪਹਿਲਾਂ ਚੜ੍ਹਾਈ ਕਰ ਜਾਣਾ, ਮੇਰਾ ਸੁਨੇਹਾ ਦੇ ਦੀ ਧਰਮ ਰਾਜਾ ਨੂੰ ਜਾਂਦੀ ਜਾਂਦੀ। ਰਾਮਕੀ ਕਹਿੰਦੀ ਪਤੀ ਮੈਂ ਤੇਰੀ ਸਾਰੀ ਉਮਰ ਆਗਿਆ ਮੰਨੀ, ਮੈਂ ਹੁਣ ਕਿਉਂ ਨਹੀਂ ਮੰਨਾਂਗੀ। ਇਉਂ ਕਹਿ ਜੀ ਵੀ ਸ਼ਾਹੂਕਾਰ ਮੇਰੇ ਪਤੀ ਨੂੰ ਜੀ ਕਹਿ ਕੇ ਬੁਲਾਉਂਦਾ ਹੁੰਦਾ ਸੀ, ਹਿਸਾਬ ਕਿਤਾਬ ਖਿਆਲ ਨਾ ਕਰੇ। ਸਤ ਸੰਗਤ ਜੀ ਉਹ ਜੀ ਕਹਿਣੇ ਮਾਤਰ ਸਹੀ ਸਤ ਸੰਗਤ ਜੀ ਉਹਦਾ ਭਲਾ ਹੋ ਗਿਆ, ਭਗਤ ਨੂੰ ਜੀ ਕਹਿਣ ਨਾਲ। ਸੋ ਰਾਮਕੀ ਨੇ ਜਾ ਕੇ ਸੁਨੇਹਾ ਦੇ ਕੇ ਚੜ੍ਹਾਈ ਕਰ ਗਈ। ਪਹਿਲਾਂ ਜਦੋਂ ਚਲੀ ਗਈ ਰਾਜ ਸੁਨੇਹਾ ਦੇ ਗਈ, ਮੁੜ ਕੇ ਫੇਰ ਆ ਗਈ, ਉੱਠ ਕੇ ਬੈਠ ਗਈ। ਜੱਲਣ ਜੱਟ ਸੰਸਕਾਰ ਕਰਨ ਦੀ ਤਿਆਰੀ ਕਰਦਾ, ਉੱਠ ਕੇ ਬੈਠ ਗਈ। ਕਹਿੰਦਾ ਤੂੰ ਦੁਬਾਰਾ ਆ ਗਈ? ਕਹਿੰਦੀ ਪਤੀ ਮੈਂ ਦੱਸਣ ਆਈ ਆ ਵੀ ਮੈਂ ਦੇਤਾ ਸੁਨੇਹਾ। ਕਹਿੰਦਾ ਮੈਨੂੰ ਨਹੀਂ ਸੀ ਪਤਾ ਲੱਗਣਾ, ਕਿਉਂ ਮੁੜ ਕੇ ਆਈ ਆ? ਪਰਮੇਸ਼ਰ ਦਾ ਭਾਣਾ ਮੋੜਿਆ, ਜਦੋਂ ਹੀ ਮਾਰਿਆ ਡੰਡਾ ਸਤ ਸੰਗਤ ਜੀ ਸਿਰ 'ਚ। ਕਹਿੰਦਾ ਜਾ ਤੇਰਾ ਜੀ ਨਹੀਂ ਕਰਦਾ, ਉਹ ਘਰ ਜਾਈਏ ਜਿੱਥੇ ਸਦਾ ਖੁਸ਼ੀਆਂ ਨੇ। ਇਹ ਮਾਤ ਲੋਕ ਦੇ ਹੁੰਦੇ ਤਾਂ ਸਦਾ ਹੀ ਗਮੀਆਂ 'ਚ ਗਰਸਿਆ ਰਹਿੰਦਾ ਬੰਦਾ।
ਭਾਵ ਕੀ ਸਤ ਸੰਗਤ ਜੀ, ਇਸ ਕਰਕੇ ਸਿੰਘਾਂ ਦਾ ਅਦਬ ਕਰਨਾ ਹੈ, ਕਿਸੇ ਦਾ ਨਾਂ ਸਿੱਧਾ ਨਹੀਂ ਲੈਣਾ, ਸਿੰਘ ਨਾਮ ਲੈ ਕੇ ਉਚਾਰਨਾ ਹੈ। ਕਾਤੁਰਤਾ ਉਰਤੇ ਪਰ ਹਰਣੀ, ਔਰ ਮਨ ਵਿੱਚ ਜਿਹੜੀ ਕਾਇਰਪੁਣਾ ਡਰਪੋਕਪੁਣਾ ਉਹ ਨਹੀਂ ਰੱਖਣਾ ਖਾਲਸਾ ਜੀ ਤੁਸੀਂ। ਬਲਕਿ ਸਹਿ ਸੂਰਤਾ ਧਰਨੀ, ਔਰ ਖਾਲਸੇ ਨੇ ਬਲ ਦੇ ਸਹਿਤ ਹੋਣਾ, ਸੂਰਮਤਾਈ ਦਾ ਗੁਣ ਰੱਖਣਾ। ਜੋਧੇ ਕੀ ਬੁਝਖੇ ਅਨਸਰੇ, ਜਿਹੜੇ ਧਰਮੀ ਯੋਧੇ ਨੇ ਉਹਨਾਂ ਦੀਆਂ ਜਿਹੜੀਆਂ ਬਾਹਾਂ ਨੇ ਨਾ ਡੌਲੇ ਹਨ। ਦੋ ਲੋਕ ਲਟਕਤ ਹੈ ਪਰੇ, ਦੋਨਾਂ ਲੋਕਾਂ ਦੇ ਸੁੱਖ ਸੂਰਮੇ ਦੀਆਂ ਬਾਹਾਂ ਦੇ ਨਾਲ ਲਟਕਾਏ ਹੋਏ ਨੇ ਅਸੀਂ, ਡੌਲਿਆਂ ਦੇ ਨਾਲ। ਜੇ ਕਰਕੇ ਜਿੱਤੇਗਾ ਇੱਥੇ ਧਰਮ ਦਾ ਜੰਗ ਕਰਕੇ ਤਾਂ ਇੱਥੇ ਦਾ ਸੁੱਖ ਮਾਣੇਗਾ, ਜੇ ਸ਼ਹੀਦੀਆਂ ਪਾ ਜਾਵੇਗਾ ਤਾਂ ਪਰਲੋਕ ਦਾ ਸੁੱਖ ਮਾਣੇਗਾ। ਦੋਨੋਂ ਲੋਕ ਪਰਲੋਕ ਦੇ ਸੁੱਖ ਸੂਰਮੇ ਦੇ ਡੌਲਿਆਂ ਨਾਲ ਲਟਕਾਏ ਨੇ। ਜੇ ਜੀਤ ਹੈ ਸੁਖ ਇਸ ਜਗ ਮਾਹੀ, ਜਿਉਂਦਾ ਰਹੇਗਾ ਇੱਥੇ ਧਰਮ ਦਾ ਰਾਜ ਕਰੇਗਾ ਸਿੰਘ। ਇਹ ਮਿਰਦ ਕੇ ਅੱਗੇ ਸੁਖ ਪਾਹੀ, ਜੇ ਸ਼ਹੀਦੀ ਪਾਵੇਗਾ ਅੱਗੇ ਸੁਖ ਪਾਉਣਗੇ। ਸੂਰ ਸੂਰ ਮੰਡਲ ਕੋ ਭੇਦੀ, ਇਹ ਸੂਰਮੇ ਇੱਥੋਂ ਜਾਂਦੇ ਕਿਵੇਂ ਨੇ? ਜਮਾ ਦੇ ਅਧੀਨ ਹੋ ਕੇ ਨਹੀਂ ਜਾਂਦੇ, ਇਹ ਸੂਰਜ ਮੰਡਲ ਨੂੰ ਬੰਨ ਕੇ ਜਾਂਦੇ ਨੇ। ਪਹੁੰਚ ਤੂੰ ਪਰ ਸਦਾ ਖੇਦੀ, ਬੜੇ ਆਨੰਦ ਵਿੱਚ ਸੱਚ ਸੰਜੀ ਮਗਨ ਹੋ ਕੇ, ਮੁਕਤ ਰੂਪ ਵਿੱਚ ਹੋ ਕੇ ਸੱਚਖੰਡ ਜਾ ਸਮਾਉਂਦੇ ਹਨ। ਛਤਰੀ ਧਰਮ ਪ੍ਰਥਮ ਗੁਣ ਧਰਿਓ, ਇਹ ਛਤਰੀਆਂ ਜਿਹੜੀ ਦੀ ਜਿਹੜਾ ਵਰਨ ਹੈ ਇਹਦੇ ਵਿੱਚ ਹੀ ਪਹਿਲਾ ਗੁਣ ਇਹ ਰੱਖਿਆ। ਮਹਾਰਾਜ ਕਹਿੰਦੇ ਸਮੁਖ ਲਰਨ ਮਰਨ ਕੈ ਮਰਿਓ, ਇਹ ਗੁਣ ਹੈ ਛਤਰੀਆਂ ਦੇ ਅੰਦਰ, ਸਾਹਮਣੇ ਧਰਮ ਦੇ ਯੁੱਧ ਵਿੱਚ ਜਾਂ ਮਾਰ ਦੇਣਾ ਜਾਂ ਸ਼ਹੀਦ ਹੋ ਜਾਣਾ। ਅਬ ਲਓ ਜਸ ਮਰ ਸੁਰਗ ਪਹੁੰਚੇ, ਹੁਣ ਤੱਕ ਜਿਹੜੇ ਸ਼ਹੀਦੀਆਂ ਪਾ ਗਏ ਉਹ ਚਲੇ ਗਏ ਦੇਵਲੋਕ ਨੂੰ। ਅਲਬ ਕਾਲ ਨਹਿ ਮਹਿ ਲਹਿ ਪਦ ਉੱਚੇ, ਜਿਹੜੀ ਜੋਗੀਆਂ ਨੂੰ ਤਪੱਸਿਆ ਕਰ ਕਰਕੇ ਹਜ਼ਾਰਾਂ ਯੁੱਗ ਪਦਵੀ ਨਹੀਂ ਨਾ ਮਿਲਦੀ, ਭਗਤੀ ਕਰਦੇ ਆ, ਉਹ ਸ਼ਹੀਦੀ ਪਾ ਕੇ ਛੇਤੀ ਉੱਥੇ ਪਦਵੀ ਨੂੰ ਪਹੁੰਚ ਜਾਂਦੇ ਨੇ। ਇਤਿਆਦਿਕ ਸਭ ਰਹਿਤ ਸੁਚਾਲੇ, ਇਹ ਸ੍ਰੇਸ਼ਟ ਸਤ ਸੰਜੀ ਸੋ ਰੀਤੀ ਚਾਲੀ ਗੁਰੂ ਘਰ ਦੀ ਮਰਜ਼ਾਦਾ ਰਹਿਤ ਵਹਿਤ ਦੱਸੀ ਮਹਾਰਾਜ ਨੇ। ਜੋ ਰਾਖੈ ਤਿਨ ਕਹੋ ਬਾਲੀ, ਮਹਾਰਾਜ ਕਹਿੰਦੇ ਭਾਈ ਇਹ ਜਿਹੜੀ ਰਹਿਤ ਵਹਿਤ ਤੁਹਾਨੂੰ ਦੱਸੀ ਹੈ, ਜਿਹੜਾ ਰੱਖੇਗਾ ਅਸੀਂ ਉਹਦੇ ਬਾਲੀ ਹਾਂ। ਲੋਕ ਪਰਲੋਕ ਚੋ ਸਿੰਘ ਦੇ ਅਸੀਂ ਨਾਲ ਹਾਂ, ਅਸੀਂ ਉਹਨੂੰ ਤੱਤੀ ਵਾਜਾ ਹਵਾ ਨਹੀਂ ਲੱਗਣ ਦਿੰਦੇ। ਜਿਨ ਸਤਿਗੁਰ ਨਿਜ ਸਿੱਖ ਸਮਝਾਏ ਬਹੁ, ਕਿਉਂ ਸਾਰੇ ਸਿੱਖਾਂ ਨੂੰ ਸਤ ਸੰਗਤ ਜੀ ਦੀਵਾਨ ਦੇ ਵਿੱਚ ਮਹਾਰਾਜ ਜੀ ਨੇ ਸੁਭ ਸਿੱਖਿਆ ਦਿੱਤੀ। ਅਪਰ ਰਹੇ ਸੋ ਬਹੁਤ ਬਤਾਬ ਹੈ, ਹੋਰ ਜਿਹੜੀ ਰਹਿਤ ਵਹਿਤ ਆ ਬਾਕੀ ਉਹ ਵੀ ਦੱਸਦੇ ਹਨ। ਕਰ ਅਰਦਾਸ ਰਹਿਤ ਕੀ ਭਲੇ, ਰਹਿਤ ਸਾਰੀ ਦਰੜਾ ਕਰਕੇ ਅਰਦਾਸਾ ਸੋਧਿਆ। ਪੰਜ ਅੰਮ੍ਰਿਤ ਚ ਪੰਜ ਹੋ ਮਿਲੇ, ਪੰਜਾਂ ਨੂੰ ਸਤ ਸੰਗਤ ਜੀ ਪਿਆਰਿਆਂ ਨੂੰ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਦਿੱਤੀਆਂ, ਇਕੱਠੇ ਛਕਾਇਆ। ਜਾਤ ਪਾਤ ਕੋ ਭੇਦ ਨਾ ਕੋਈ, ਜਾਤ ਪਾਤ ਦਾ ਭੇਦ ਚੱਕ ਦਿੱਤਾ। ਜਾਤ ਪਾਤ ਸਿੰਘਨ ਕੀ ਦੰਗਾ, ਦੰਗਾ ਹੀ ਗੁਰਤੇ ਮੰਗਾ, ਇਹ ਬਚਨ ਕਰ ਦਿੱਤੇ। ਚਾਰ ਵਰਣ ਅਜ ਵਹਿ ਇੱਕ ਹੋਈ, ਇੱਕ ਪੰਗਤ ਦੇ ਵਿੱਚ ਚਾਰੇ ਵਰਨ ਛਕਣਗੇ। ਮਤ ਉੱਚੀ ਰੱਖੋ ਮਨ ਨੀਵਾ, ਇਹ ਖਾਲਸਾ ਜੀ ਮਤ ਉੱਚੀ ਰੱਖਣੀ ਹੈ, ਮਨ ਨੀਵਾ ਰੱਖਣਾ ਹੈ। ਮਤ ਉੱਚੀ ਕਿਵੇਂ? ਮਤ ਬੁੱਧੀ ਨਿਰਮਲ ਚਾਹੀਦੀ ਹੈ। ਨਿਰਮਲ ਬੁੱਧੀ ਹੋਈ ਸਤ ਸੰਗਤ ਜੀ ਇਸ ਗੁਰਬਾਣੀ ਨੂੰ ਸਮਝੇਗੀ। ਔਰ ਮਨ ਦਾ ਸੁਭਾਅ ਹੰਕਾਰੀ ਹੋਣਾ, ਥੋੜੀ ਜੀ ਕੋਈ ਚੀਜ਼ ਪਾ ਕੇ ਹੰਕਾਰੀ ਬਣ ਜਾਂਦਾ ਹੈ। ਔਰ ਮਨ ਨੂੰ ਸਦਾ ਨੀਵਾ ਰੱਖਣਾ ਖਾਲਸੇ ਨੇ, ਤੇ ਮਤ ਉੱਚੀ ਰੱਖਣੀ ਹੈ, ਨਿਰਮਲ ਰੱਖਣੀ ਹੈ ਬੁੱਧੀ। ਸਿਮਰੋ ਵਾਹਿਗੁਰੂ ਸੁਖ ਜੀਵਾ, ਉਸ ਬੁੱਧੀ ਨਾਲ ਵਿਚਾਰ ਕਰਕੇ ਸਾਰੇ ਸੁੱਖਾਂ ਦੀ ਹੱਦ ਵਾਹਿਗੁਰੂ ਦਾ ਸਿਮਰਨ ਕਰਿਓ ਖਾਲਸਾ ਜੀ। ਹੋਰ ਮੜੀ ਅਰ ਪੰਥ ਅਨੇਕਾ, ਗੋਰ ਮੜੀਆਂ ਮਸਾਣੀਆਂ ਨੂੰ ਮੰਨਣ ਵਾਲੇ ਬੜੇ ਪੰਥ ਹਨ। ਗੋਰ ਮੜੀ ਮਠ ਭੂਲ ਨਾ ਮੰਨੈ, ਇਹਨਾਂ ਨੂੰ ਤੁਸੀਂ ਅਨੇਕਾਂ ਪੰਥਾਂ ਨੂੰ ਮੰਨਣਾ ਨਹੀਂ। ਆਨ ਨਾ ਮਾਨੈ ਰਾਖ ਵਿਵੇਕਾ, ਇਹ ਵਿਵੇਕ ਵਿਚਾਰ ਰੱਖਣੀ ਤੁਸੀਂ ਖਾਲਸਾ ਜੀ, ਇਹਨਾਂ ਨੂੰ ਕਦੇ ਮੰਨਣਾ ਨਹੀਂ, ਪੂਜਣਾ ਨਹੀਂ ਜਾ ਕੇ ਮੜੀਆਂ ਮਸਾਣੀਆਂ ਨੂੰ। ਵਾਹਿਗੁਰੂ ਜੀ ਕਾ ਬਹੁ ਖਾਲਸਾ, ਸੋਨੀ ਕਾ ਅਤ। ਅਤਿਅੰਤ ਹੀ ਸੁੰਦਰ ਹੈ ਵਾਹਿਗੁਰੂ ਜੀ ਕਾ ਖਾਲਸਾ ਹੈ। ਮਹਾਰਾਜ ਨੇ ਕਿਹਾ ਸਾਡਾ ਖਾਲਸਾ ਨਹੀਂ। ਬਿਹਾਰ ਜਾਈਏ ਸਤ ਸੰਜੀ ਦਸਵੇਂ ਪਾਤਸ਼ਾਹ ਤੋਂ, ਭਾਵੇਂ ਆਪਾਂ ਗੁਰੂ ਸਾਹਿਬ ਦੇ ਚੇਲੇ ਪੁੱਤਰ ਧੀਆਂ ਹਾਂ, ਪਰ ਆਪ ਜੀ ਨੇ ਸਤ ਸੰਗਤ ਜੀ ਵਾਹਿਗੁਰੂ ਦੇ ਹੁਕਮ ਨਾਲ ਪੰਥ ਖਾਲਸਾ ਸਾਜਿਆ ਹੈ। ਨਾਲ ਹੀ ਫਤਿਹ ਬੁਲਾਉਣ ਦੀ ਸਤ ਸੰਗਤ ਜੀ ਇਹ ਰਹੁ ਰੀਤੀ ਪ੍ਰਗਟ ਕਰ ਦਿੱਤੀ। ਅੱਗੇ ਜਦੋਂ 9 ਪਾਤਸ਼ਾਹੀਆਂ ਦੇ ਸਮੇਂ ਜਦੋਂ ਆਪਸ ਵਿੱਚ ਸਿੱਖ ਮਿਲਦੇ ਸੀ ਨਾ, ਪੈਰੀ ਪੈਣਾ ਭਾਈ ਪੈਰੀ ਪੈਣਾ ਐਂ ਕਿਹਾ ਕਰਦੇ, ਜਿਵੇਂ 9 ਸੱਸ ਨੂੰ ਕਹਿੰਦੀ ਹੁੰਦੀ ਸੀ ਅੱਗੇ, ਹੁਣ ਤਾਂ ਪੱਖਣੋਂ ਹਟ ਗਈਆਂ।
ਅੱਗੇ ਐ ਪੈਰੀ ਪੈਣਾ ਜੱਗ ਵਰਤਾਇਆ, ਨਾਲੇ ਇੱਕ ਦੂਜੇ ਦੇ ਪੈ ਨਹੀਂ ਝੁਕਣਾ, ਨਾਲੇ ਸਤ ਸੰਗਤ ਜੀ ਪੈਰੀ ਪੈਣਾ ਐ ਕਹਿੰਦੇ। ਦਸਵੇਂ ਪਾਤਸ਼ਾਹ ਨੇ ਸਤ ਸੰਗਤ ਜੀ ਅੰਮ੍ਰਿਤ ਦੀ ਦਾਤ ਬਖਸ਼ ਕੇ ਇਹ ਹੁਕਮ ਦੇ ਦਿੱਤਾ, ਜਦੋਂ ਸਿੰਘ ਸਾਹਮਣੇ ਆਵੇ ਇੱਕ ਦੂਜੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਣੀ। ਜਿਹੜਾ ਨਾ ਮੰਨੇ ਮਹਾਰਾਜ ਕਹਿੰਦੇ ਸਾਡੀ ਭਾਈ ਉਹਦੇ ਵੱਲ ਪਿੱਠ ਹੋਊਗੀ, ਅਸੀਂ ਉਹਦੇ ਵੱਲ ਨਹੀਂ ਦੇਖਾਂਗੇ ਕਦੇ ਵੀ ਮਨਮਤੀਆ ਹੈ। ਜਿਹੜਾ ਮੱਧਮ ਜਿਹਾ ਮੰਨੇ ਐਵੇਂ ਹੌਲੀ ਕੁ ਦੇਣੇ ਉਹਦੇ ਵੱਲ ਅਸੀਂ ਪਾਸਾ ਕਰ ਲਵਾਂਗੇ। ਜਿਹੜਾ ਗੱਜ ਕੇ ਮੰਨੇਗਾ ਗੁਰੂ ਕੇ ਸਿੰਘ ਦੀ ਫਤਿਹ ਉਹਦੇ ਤੇ ਸਾਡੀ ਬਹੁਤ ਖੁਸ਼ੀ ਹੈ। ਇਉਂ ਫਤਿਹ ਦਾ ਨਿਯਮ ਆਪ ਜੀ ਨੇ ਸਤ ਸੰਗੀ ਫਰਮਾਇਆ। ਇਸ ਕਰਕੇ ਜਿੱਥੇ ਕਿੱਥੇ ਵੀ ਸਤ ਸੰਗੀ ਸਿੰਘ ਮਿਲਦੇ ਗੱਜ ਵੱਜ ਕੇ ਫਤਿਹ ਬੁਲਾਉਂਦੇ, ਸੁਣਨ ਵਾਲੇ ਜਿੰਨੇ ਹਿੰਦੂ ਲੋਕ ਸੀ ਦੰਗ ਰਹਿ ਜਾਂਦੇ ਵੀ ਇਹ ਕੀ ਹੋ ਰਿਹਾ। ਨਾਲੇ ਸਿਮਰਨ ਵਾਹਿਗੁਰੂ ਦਾ, ਨਾਲੇ ਸਤ ਸੰਗਤ ਜੀ ਖਾਲਸਾ ਪਦ ਦੀ ਮਸ਼ਹੂਰੀ। ਸੋ ਆਪ ਜੀ ਨੇ ਵਾਹਿਗੁਰੂ ਜੀ ਕਾ ਖਾਲਸਾ ਪ੍ਰਗਟ ਕੀਤਾ ਹੈ। ਸੋਹਣਾ ਵਾਹਿਗੁਰੂ ਜੀ ਕੀ ਬਿਲ ਫਤਿਹ ਸੋ ਬੁਲਾਈ ਹੈ। ਇਸੇ ਕਰਕੇ ਨਾਲ ਹੀ ਫਤਿਹ ਵੀ ਵਾਹਿਗੁਰੂ ਦੀ ਹੈ ਤੇ ਖਾਲਸਾ ਵੀ ਗੁਰੂ ਕਾ ਹੈ। ਬੰਦੀ ਕਿਹਦੀ ਤੇ ਗਹਿਣੇ ਕਿਹਦੇ, ਖਾਲਸਾ ਵੀ ਸਤ ਸੰਗਤ ਜੀ ਵਾਹਿਗੁਰੂ ਦਾ ਤੇ ਫਤਿਹ ਵੀ ਵਾਹਿਗੁਰੂ ਦੀ ਸਦਾ ਹੈ। ਪੀਰ ਪਾਤਸ਼ਾਹ ਕਰਮਾਤ ਜੇ ਅਪਰ ਪੰਥ। ਮਹਾਰਾਜ ਕਹਿੰਦੇ ਭਾਈ ਜਿੰਨੇ ਮੁਸਲਮਾਨਾਂ ਦੇ ਪੀਰ ਹੋਰ ਮੁਸਲਮਾਨਾਂ ਦੇ ਰਾਜੇ ਪੰਥ ਹਨ ਭੇਖੀ, ਹਿੰਦੂ ਕੇ ਤੁਰ ਕਹੂੰ ਕੀ ਕਾਰ ਕੋ ਮਟਾਈ ਹੈ। ਉਹਨਾਂ ਦੀ ਕਾਣ ਚੁਕਾ ਦਿੱਤੀ ਕਿ ਉਹਨਾਂ ਦੀ ਸ਼ਾਨ ਨਹੀਂ ਭਾਨੀ ਹਿੰਦੂਆਂ ਤੁਰਕਾਂ ਦੀ। ਕਿਸੇ ਦਾ ਕੋਈ ਦੇਵ ਦੰਡ ਪਿੱਤਰ ਦੰਡ ਰਾਜ ਦੰਡ ਉਹ ਦੰਡ ਨਹੀਂ ਦੇਣਾ। ਕੋਈ ਭੂਤ ਪ੍ਰੇਤ ਦਾ ਹੀ ਦੰਡ ਦਿੰਦੇ ਫਿਰਦੇ ਐ। ਕਹਿੰਦੇ ਜੇ ਅਸੀਂ ਨਾ ਦੇਈਏ ਸਾਡੀ ਬੁੜੀ ਤਾਂ ਸਾਨੂੰ ਬਹੁਤ ਤੰਗ ਕਰਦੀ, ਅਸੀਂ ਉਹਨੂੰ ਸੂਟ ਦਿੰਨੇ ਆ ਸਾਲ ਬਾਅਦ। ਇਹ ਦੰਡੀ ਨੇ ਸਤ ਸੰਗਤ ਜੀ ਇਹ ਜੇ, ਇਹ ਦੰਡ ਨਹੀਂ ਕਿਸੇ ਨੇ ਦੇਣਾ ਖਾਲਸੇ ਨੇ। ਤੀਸਰਾ ਮਜਬ ਜਗ ਦੇਖ ਕੇ ਅਜਬ ਮਹਾ। ਹਿੰਦੂ ਤੁਰਕਾਂ ਨਾਲੋਂ ਨਿਆਰਾ ਪੰਥ ਖਾਲਸਾ ਪ੍ਰਗਟ ਹੋਇਆ। ਲੋਕ ਦੇਖ ਕੇ ਹੈਰਾਨ ਹੋ ਰਹੇ ਨੇ। ਵੈਰੀ ਕੇ ਗਜਬ ਪਰੋਸ਼ੀ ਨ ਠਕਰਾਈ ਹੈ। ਇਹ ਵੈਰੀ ਜਿਹੜੇ ਤੁਰਕ ਸੀ ਸਤ ਸੰਗੀ ਇਹਨਾਂ ਦੇ ਬਿਪਤਾ ਪੈ ਗਈ ਸਿਰ ਦੇ ਉੱਤੇ ਆ ਖੜੀ ਕਿ ਉਹ ਦਿਨ ਦੂਰ ਨਹੀਂ ਜਦੋਂ ਇਹ ਸਿੰਘ ਸਾਡੀ ਬਾਦਸ਼ਾਹੀ ਖੋਹ ਲੈਣਗੇ। ਧਰਮ ਸਥਾਪੇ ਕੋ ਪਾਪਨ ਕੇ ਖਾਪ ਵੇ ਕੋ। ਪੰਥ ਖਾਲਸਾ ਪ੍ਰਗਟ ਕਿਉਂ ਕੀਤਾ ਹੈ? ਧਰਮ ਸਥਾਪ ਕੇ ਕੋ, ਧਰਮ ਨੂੰ ਇੱਜ਼ਤ ਕਰਨ ਵਾਸਤੇ ਭਾਰਤ ਵਰਸ਼ ਅੰਦਰ, ਪਾਪਾਂ ਨੂੰ ਨਾਸ਼ ਕਰਨ ਵਾਸਤੇ। ਗੁਰੂ ਜਾਪ ਵੇ ਕੋ ਨਈ ਰੀਤ ਜਪ ਚਲਾਈ ਹੈ। ਇਹ ਰਹੁ ਰੀਤੀ ਨਵੀਂ ਮਰਿਆਦਾ ਬੰਨ ਦਿੱਤੀ ਗੁਰੂ ਵਾਹਿਗੁਰੂ ਵਾਹਿਗੁਰੂ ਜਪਣ ਵਾਸਤੇ। ਇਸ ਵਿਦ ਪਹੁੰਚੋ ਸਿੰਘ ਕੋ। ਇਸ ਪ੍ਰਕਾਰ ਪੰਜਾਂ ਪਿਆਰਿਆਂ ਨੂੰ ਖਾਲਸਾ ਜੀ ਖੰਡੇ ਪਹਲ ਦੀਨ। ਖੰਡੇ ਦੀ ਮਾਰਨ ਨੇ ਅੰਮ੍ਰਿਤ ਦੀ ਦਾਤ ਦਿੱਤੀ। ਬੈਰ ਵੇਖ ਔਰ ਗਿਆਨ ਦੇ। ਬਾਹਰੋਂ ਸਤ ਸੰਗਤ ਜੀ ਬਾਣਾ ਦੇ ਦਿੱਤਾ, ਅੰਦਰ ਹਿਰਦੇ 'ਚ ਬ੍ਰਹਮ ਗਿਆਨ ਵੀ ਦੇ ਦਿੱਤਾ ਪੰਜਾਂ ਪਿਆਰਿਆਂ ਨੂੰ। ਦੋਨੋਂ ਇੱਕ ਰੂਪ ਕਰ ਦਿੱਤੇ ਪੰਜੇ। ਆਪਣੇ ਸਮਸੋ ਕੀਨ। ਆਪਣੇ ਸਤ ਸੰਗਤ ਤੁਲ ਬਣਾ ਲਿਆ ਹੈ। ਉਹ ਗੁਰੂ ਕਾਹਦਾ ਜਿਹੜਾ ਸਿੱਖ ਨੂੰ ਆਪਣਾ ਸਤ ਸੰਗਤ ਜੀ ਗੁਰੂ ਰੂਪ ਨਹੀਂ ਬਣਾ ਸਕਦਾ ਹੈ। ਉਹਦੇ ਨਾਲ ਸਤ ਸੰਗਤ ਜੀ ਘੰਗਰੀਹਣ ਚੰਗੀ ਹੈ ਜਿਹੜੀ ਮਿੱਟੀ ਦਾ ਘਰ ਬਣਾਉਂਦੀ ਫਿਰਦੀ ਹੈ। ਘਰਾਂ ਦੇ ਖੂੰਜਿਆਂ 'ਚ ਦੇਖੀਏ ਤੁਸੀਂ ਉੱਡਦੀ ਫਿਰਦੀ ਹੈ ਕੀੜਾ ਜਿਹਾ। ਉਹ ਸਤ ਸੰਗਤ ਜੀ ਮਿੱਟੀ ਦੀਆਂ ਗੋਲੀਆਂ ਲਿਆ ਲਿਆ ਕੇ ਗਿੱਲੀਆਂ ਉਹ ਆਪਦਾ ਘਰ ਜਿਹਾ ਬਣਾਉਂਦੀ ਹੈ। ਉਹ ਆਪ ਆਂਡੇ ਨਹੀਂ ਦਿੰਦੀ। ਉਹ ਖਾਸ ਕਿਸਮ ਦੀਆਂ ਸੁੰਡੀਆਂ ਸਤ ਸੰਗਤ ਜੀ ਉਹਨੂੰ ਵਾਹਿਗੁਰੂ ਨੇ ਜਾਚ ਦੱਸੀ ਹੈ। ਉਹ ਹਰੇ ਥਾਂ ਘਾਹ ਵਿੱਚੋਂ ਲਿਆਉਂਦੀ ਹੈ, ਉਹਦੇ ਵਿੱਚ ਬੰਦ ਕਰੀ ਜਾਂਦੀ ਹੈ ਉਹ ਸੁੰਡੀਆਂ। ਮਗਰੋਂ ਆਪਣੀ ਆਵਾਜ਼ ਦੇ ਨਾਲ ਉਹਨਾਂ ਨੂੰ ਆਪਣਾ ਆਪ ਰੂਪ ਬਣਾ ਲੈਂਦੀ ਹੈ। ਇਹ ਕੁਦਰਤ ਨੇ ਉਹਦੀ ਰਚਨਾ, ਉਹਦਾ ਵਾਧਾ ਇਸੇ ਤਰ੍ਹਾਂ ਹੀ ਇਸੇ ਢੰਗ ਨਾਲ ਹੀ ਸਤ ਸੰਗਤ ਜੀ ਰਚਿਆ ਹੈ। ਉਹ ਸਤ ਸੰਗਤ ਜੀ ਘੰਗਰੀਹਣ ਚੰਗੀ ਆ ਉਹ ਜੇ ਗੁਰੂ ਨਾਲੋਂ ਪਖੰਡੀ ਨਾਲੋਂ। ਉਹ ਆਪਣਾ ਰੂਪ ਬਣਾ ਲੈਂਦੀ ਆ ਸੁੰਡੀਆਂ ਨੂੰ ਆਵਾਜ਼ ਦੇ ਕਰਕੇ। ਅੱਜ 10ਵੇਂ ਪਾਤਸ਼ਾਹ ਗੁਰਬਾਣੀ ਦੇ ਸਤ ਸੰਗਤ ਜੀ ਪ੍ਰਤਾਪ ਦਾ ਸਦਕਾ ਸਿੰਘਾਂ ਨੂੰ ਆਪਣਾ ਰੂਪ ਦੇ ਰਹੇ ਨੇ। ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਪੰਚੋ ਕੋ ਸਮਰਥ ਕਰ। ਜੋ ਪੰਜਾਂ ਨੂੰ ਮਹਾਰਾਜ ਨੇ ਬ੍ਰਹਮ ਗਿਆਨ ਬਖਸ਼ਿਆ, ਪੰਜਾਂ ਪਿਆਰਿਆਂ ਦੀ ਪੂਰੀ ਪਰਖ ਕਸਵੱਟੀ ਤੇ ਲਾ ਕੇ ਅੰਮ੍ਰਿਤ ਦੀ ਦਾਤ ਦੇ ਦਿੱਤੀ। ਆਪ ਨੇ ਪਰਖ ਕੇ ਪੰਜਾਂ ਨੂੰ ਸ਼ਕਤੀਸ਼ਾਲੀ ਕਰਕੇ ਸਾਬਿਤ ਸ੍ਰੀ ਗੁਰਦੇਵ ਸਾਰਿਆਂ ਪੱਖਾਂ ਤੋਂ ਗੁਰਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਧਰਤ ਨੂੰ ਬਿਠਾਏ ਕਰ। ਸਤਕਾਰ ਨਾਲ ਤਖਤ ਤੇ ਕੇਸਗੜ੍ਹ ਤੇ ਬਿਠਾ ਕੇ ਇਹਨਾਂ ਨੂੰ ਲਖੈ ਨ ਕੋ ਗੁਰ ਭੇਵ। ਅੱਜ ਗੁਰੂ ਸਾਹਿਬ ਦੇ ਭੇਤ ਨੂੰ ਕੋਈ ਨਹੀਂ ਜਾਣ ਸਕਦਾ ਕਿ ਹੁਣ ਅੱਗੇ ਨੂੰ ਕੀ ਕੌਤਕ ਕਰਨਗੇ।
ਪੂਰਨ ਪਰਮ ਜੋਤ ਪੰਥ ਕੇ ਅਦੋਤ ਪ੍ਰਭੂ ਕੌਣ ਨੇ ਸੱਚ ਸੰਜੀ ਪ੍ਰਭੂ ਸਮਰੱਥ ਪੂਰਨ ਪਰਮ ਜੋਤੀ ਸਰੂਪ ਪੰਥ ਨੂੰ ਰਚਨਾ ਵਾਲੇ ਦਸਵੇਂ ਪਾਤਸ਼ਾਹ ਉੱਡ ਕੇ ਸਿੰਘਾਸਨ ਤੇ ਖਰੇ ਆਪ ਹੋਏ ਕਰ ਸੰਗਤਾਂ ਦੇਖ ਰਹੀਆਂ ਨੇ ਤਖਤ ਦੇ ਉੱਤੇ ਪੰਜੇ ਪਿਆਰੇ ਬਹਾ ਦਿੱਤੇ ਆਪ ਸਿੰਘਾਸਣ ਤੋਂ ਉੱਠ ਕੇ ਹੱਥ ਜੋੜ ਕੇ ਮੂਹਰੇ ਖੜੇ ਕਿਉਂ ਨਾ ਹੋ ਗਏ ਦਸਵੇਂ ਪਾਤਸ਼ਾਹ ਵਾਹਿਗੁਰੂ ਬਾਚਤ ਸੋ ਪਾਹਲ ਕੋ ਜਾਚਤ ਨਾਲੇ ਮੁਖੋਂ ਵਾਹਿਗੁਰੂ ਵਾਹਿਗੁਰੂ ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲੇ ਹੱਥ ਜੋੜ ਕੇ ਅੰਮ੍ਰਿਤ ਮੰਗਦੇ ਹਨ ਵਿਸ਼ਾਲ ਤੇਜ ਰਾਜਤ ਇਕੱਤਰ ਘਰ ਦੋਏ ਕਰ ਬੜਾ ਤੇਜ ਪ੍ਰਤਾਪ ਆ ਚਿਹਰੇ ਦਾ ਦੋਨੋਂ ਹੱਥ ਜੋੜੇ ਹੋਏ ਹਨ ਖੜਗ ਨਖੰਗ ਕੱਟ ਕੱਟ ਕਸ ਕਹਿ ਹੈ ਕੁਦੰਡ ਕੰਧ ਪੱਥਾ ਸੱਤ ਦੀ ਚੀਰਾਂ ਨਾਲ ਭਰਿਆ ਹੋਇਆ ਸ੍ਰੀ ਸਾਹਿਬ 3 ਫੁੱਟੀ ਇਹ ਕਮਰ ਕਸੇ ਕੀਤੇ ਹੋਏ ਨੇ ਹੱਥ ਵਿੱਚ ਧਨਕ ਪਕੜਿਆ ਹੋਇਆ ਹੈ ਹਮ ਧਰਾ ਧਰ ਕਹਿ ਕਰਦ ਚੱਕਰ ਜੋਏ ਕਰ ਕਮਰ ਕਸੇ ਨਾਲ ਟੰਗੇ ਹੋਏ ਨੇ ਫੁੱਟ ਫੁੱਟ ਦੇ ਸੱਤ ਦੀ ਛੋਟੀ ਸ੍ਰੀ ਸਾਹਿਬ ਹੈ ਨਾਲ ਕਟਾਰ ਹੈ ਨਾਲ ਚੱਕਰ ਹਨ ਜੈਸੇ ਮਮਦੀਨ ਬਿਦ ਸੰਗ ਤੁਮ ਲੀਨ ਪੰਜ ਕੀ ਕਹਿੰਦੇ ਨੇ ਹੱਥ ਜੋੜ ਕੇ ਖਾਲਸਾ ਜੀ ਜਿਵੇਂ ਅਸੀਂ ਤੁਹਾਨੂੰ ਅੰਮ੍ਰਿਤ ਦਿੱਤਾ ਤੁਸੀਂ ਵਿਧੀ ਪੂਰਵਕ ਮਰਜ਼ਾਦਾ ਅਨੁਸਾਰ ਅੰਮ੍ਰਿਤ ਲਿਆ ਹੈ ਐਸੇ ਮੋਹਿ ਦੀਜੀਏ ਸੰਦੇਹ ਸਭ ਖੋਏ ਕਰ ਉਸੇ ਪ੍ਰਕਾਰ ਮੈਂ ਵੀ ਜਾਚਕ ਹਾਂ ਮੈਨੂੰ ਪੰਜੇ ਪਿਆਰਿਆਂ ਨੂੰ ਕਹਿੰਦੇ ਮੈਨੂੰ ਵੀ ਅੰਮ੍ਰਿਤ ਦੇ ਦਿਓ ਦਸਵੇਂ ਪਾਤਸ਼ਾਹ ਸਤ ਸੰਗਤ ਜੀ ਖਾਲਸੇ ਅਗਰ ਖੜੇ ਹੋ ਕਰ ਜੋਰੀ ਖਾਲਸੇ ਦੇ ਅੱਗੇ ਹੱਥ ਜੋੜ ਕੇ ਖੜ ਗਏ ਜਿਸ ਵੇਲੇ ਸਤ ਸੰਗਤ ਜੀ ਇਹ ਬਚਨ ਕਹੇ ਨਾਲ ਹੀ ਕਿਹਾ ਕਿ ਸ਼ੰਕਾ ਨਹੀਂ ਕਰਨੀ ਭ੍ਰਾਂਤੀ ਨਹੀਂ ਕਰ ਰੱਖਣੀ ਕਿ ਅਸੀਂ ਕਿਵੇਂ ਦਈਏ ਅਦਭੁਤ ਬਾਣੀ ਸੁਨ ਕਾਨ ਮੈਂ ਹੈਰਾਨੀ ਹੋਏ ਭਾਈ ਦਇਆ ਸਿੰਘ ਧਰਮ ਸਿੰਘ ਜੀ ਪੰਜਾਂ ਪਿਆਰਿਆਂ ਨੇ ਇਹ ਅਚਰਜੀ ਬਾਣੀ ਸੁਣ ਕੇ ਦਸਵੇਂ ਪਾਤਸ਼ਾਹ ਤੋਂ ਕੰਨਾਂ ਵਿੱਚ ਬੜੇ ਹੈਰਾਨ ਹੋਏ ਗਨ ਬਖਾਨੀ ਕਹਾ ਕਹੋ ਆਪ ਬੈਨ ਕੋ ਭਾਈ ਦਇਆ ਸਿੰਘ ਨੇ ਹੱਥ ਜੋੜ ਕੇ ਕਿਹਾ ਕਹਿੰਦੇ ਮਹਾਰਾਜ ਇਹ ਬਚਨ ਕੀ ਕਹਿੰਦੇ ਹੋ ਜਦ ਕੇ ਕਮੀਨ ਦੀਨ ਰੰਕ ਹੈ ਅਧੀਨਹੀਨ ਅਸੀਂ ਮਹਾਰਾਜ ਜਾਤੀ ਕਰਕੇ ਵੀ ਕਮੀਨੇ ਮਾਇਆ ਕਰਕੇ ਵੀ ਮਹਾਰਾਜ ਅਸੀਂ ਰੰਗ ਹੀਣੇ ਹਾਂ ਔਰ ਅਧੀਨ ਮਸ਼ੰਦਗੀ ਦੇ ਸਹਿਤ ਹਾਂ ਕਾਮ ਕ੍ਰੋਧ ਪੀਨ ਮਾਨਸ਼ੀਨ ਹੈ ਨਾ ਚੈਨ ਕੋ ਕਾਮ ਕ੍ਰੋਧ ਵਿਕਾਰਾਂ ਕਰਕੇ ਸਾਡੇ ਮਨ ਮੋਟੇ ਹਨ ਔਰ ਮਨ ਖਿੰਡਿਆ ਪਿਆ ਹੈ ਮਨ ਨੂੰ ਸ਼ਾਂਤੀ ਨਹੀਂ ਸ਼੍ਰੀ ਮਲੀਨ ਜੀਵ ਸਭ ਤੇ ਸਦੀਵ ਨੀਵਾ ਸਦਾ ਹੀ ਸਾਰਿਆਂ ਨੂੰ ਨੀਵੇਂ ਹਮਾਰਾ ਜੀਵ ਭਾਵ ਹੈ ਸਾਡੇ ਅੰਦਰ ਅਸੀਂ ਵਿਸ਼ਈ ਹਾਂ ਜੰਤ ਸੋ ਗਰੀਬ ਹਮ ਭਲੋ ਗੁਣ ਹੈ ਨਾ ਕੋ ਅਸੀਂ ਤਾਂ ਹਮਾਰਾ ਗਰੀਬ ਜੀਵ ਹਾਂ ਸਾਡੇ ਤਾਂ ਕੋਈ ਵੀ ਚੰਗਾ ਨਹੀਂ ਗੁਣ ਏਕ ਵੱਲ ਭਇਓ ਤੁਮ ਹਾਥ ਦਿਓ ਸੀਸ ਧਰ ਹਰ ਕਿੰਨਾ ਕੁ ਪਿਆ ਤੁਹਾਡੀ ਸ਼ਰਨ ਲਈ ਆ ਮਹਾਰਾਜ ਤੁਸੀਂ ਸਾਡੇ ਸਿਰ ਦੇ ਉੱਤੇ ਕਿਰਪਾ ਦਾ ਹੱਥ ਰੱਖ ਕੇ ਸਾਨੂੰ ਬਲੀ ਬਣਾ ਦਿੱਤਾ ਹੈ ਨੀਚਨ ਜੰਤਨ ਕੇ ਹਰਨ ਬਾਰਕ ਤੋ ਕਰਨਾ ਕਸ ਕੈਸੇ ਨਵਾਜੇ ਕੰਚਨ ਭਏ ਮਨੂਰੋਂ ਤੇ ਜਮ ਆਦਿਕ ਕੇ ਸਭ ਹੀ ਡਰ ਭਾਗੇ ਹੋਰ ਸ਼ਾਸਤਰਾਂ ਵਿੱਚ ਵੀ ਆਉਂਦਾ ਹੈ ਇਹ ਮਹਾਰਾਜ ਅਸੀਂ ਨੀਚ ਜੀਵਾਂ ਘਰਾਂ 'ਚ ਜਨਮ ਲੈਣ ਵਾਲੇ ਤੁਸੀਂ ਕਿਰਪਾ ਕਰਕੇ ਸਾਨੂੰ ਐ ਨਵਾਜ ਰਹੇ ਹੋ ਸਾਡੇ ਕੋਲੋਂ ਹੱਥ ਜੋੜ ਕੇ ਅੰਮ੍ਰਿਤ ਮੰਗਦੇ ਹੋ ਕੰਚਨ ਭਏ ਮਨੂਰੋਂ ਤੇ ਤੁਹਾਡੀ ਕਿਰਪਾ ਦਾ ਸਦਕਾ ਅਸੀਂ ਲੋਹੇ ਦੀ ਮੈਲ ਵਰਗੇ ਅਸੀਂ ਬਕਾਰੀ ਲੋਕ ਤੁਸੀਂ ਸਾਨੂੰ ਸੋਨੇ ਵਰਗੇ ਬਣਾ ਦਿੱਤਾ ਬਹਾਦਰ ਬਣਾਤਾ ਜਮ ਆਦਿਕ ਕੇ ਸਭ ਹੀ ਡਰ ਭਾਜੇ ਭਾਰਤ ਵਰਸ਼ ਦੇ ਤੁਰਕਾਂ ਤੋਂ ਤਾਂ ਕੀ ਡਰਨਾ ਅਸੀਂ ਤੁਸੀਂ ਸਾਨੂੰ ਜਮ ਦੇ ਡਰਾਂ ਤੋਂ ਵੀ ਨਿਰਭੈ ਕਰ ਦਿੱਤਾ ਹੈ ਅੱਜ ਸਤ ਸੰਗਤ ਜੀ ਹੱਥ ਜੋੜ ਕੇ ਦਸਵੇਂ ਪਾਤਸ਼ਾਹ ਅੰਮ੍ਰਿਤ ਮੰਗ ਰਹੇ ਨੇ ਪੰਜੇ ਪਿਆਰੇ ਉੱਤਰ ਦੇ ਰਹੇ ਨੇ ਨਯੋ ਰੰਗ ਥਿਓ ਮਯੋ ਕਿਉ ਸੁਖ ਐਨ ਕੋ ਤੁਸੀਂ ਮਹਾਰਾਜ ਸਾਨੂੰ ਮਿਹਰਬਾਨੀ ਕਰਕੇ ਨਵਾਂ ਰੰਗ ਚਾੜ ਦਿੱਤਾ ਹੈ ਸਾਨੂੰ ਸੁਖ ਵਾਲੇ ਬਣਾ ਦਿੱਤਾ ਜੀਵਨ ਕੇ ਜੀਵ ਵਾਲ ਸੀ ਬਹੁ ਸਦੀਵ ਤੁਮ ਤੁਸੀਂ ਮਹਾਰਾਜ ਜੀਵਨ ਕੇ ਜੀਵ ਸਾਰੇ ਜੀਵਾਂ ਦੇ ਅੰਦਰ ਜਿਹੜੀ ਜੀਵ ਕਲਾ ਹੈ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਹੋਈ ਹੈ ਇਸੇ ਤਰ੍ਹਾਂ ਸਾਰੇ ਬਲ ਜਿਤਨੀਆਂ ਤਾਕਤਾਂ ਹਨ ਸਾਰਿਆਂ ਦੀ ਹੱਦ ਰੂਪ ਤੁਸੀਂ ਹੋ ਸਦਾ ਤੀਨ ਲੋਕ ਨਾਦ ਸਭ ਸੁਰਾ ਸਰ ਬੰਦ ਤੇ ਆ ਮਹਾਰਾਜ ਤਿੰਨਾਂ ਲੋਕਾਂ ਦੇ ਮਾਲਕੋਂ ਦੇਵਤੇ ਦੈਂਤ ਤੁਹਾਡੇ ਮੂਹਰੇ ਹੱਥ ਜੋੜਦੇ ਹਨ ਆਇਸ ਮੈਂ ਪੌਣ ਪਾਣੀਆਂ ਕੀ ਕਹਾਣੀ ਕਹਾ ਹੋਰ ਕਿਹਦੀ ਕਹਾਣੀ ਕਹੀਏ ਪੌਣ ਪਾਣੀ ਦੇਵਤੇ ਸਭ ਤੁਹਾਡੀ ਆਗਿਆ ਚ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਾਉ ਜਿਸ ਰਾਖੋ ਰੇ ਬਕਰੋਧ ਕੈ ਨਿਕੰਦ ਤੇ ਜਿਹਨੂੰ ਤੁਸੀਂ ਆਪਣੀ ਕਿਰਪਾ ਦਾ ਹੱਥ ਦੇ ਕੇ ਰੱਖਣਾ ਚਾਹੋ ਰਹਿੰਦਾ ਹੈ
ਨਹੀਂ ਤਾਂ ਵੀਰ ਰਸ ਧਾਰ ਕੇ ਤੁਸੀਂ ਸਾਰਿਆਂ ਨੂੰ ਖਤਮ ਕਰ ਸਕਦੇ ਹੋ। ਪੜ ਲਓ। ਸ਼ਕਤ ਦੁਰਾਈ ਨਰ ਲੀਲਾ ਕੋ ਗੁਸਾਈ ਧਰੋ। ਇਹ ਗੁਸਾਈ ਪ੍ਰਿਥਵੀ ਦੇ ਮਾਲਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੀ ਸ਼ਕਤੀ ਨੂੰ ਲੁਕਾਉਂਦੇ ਹੋ। ਹੁਣ ਹੱਥ ਜੋੜ ਕੇ ਸਾਨੂੰ ਦਿਖਾਉਂਦੇ ਹੋ ਸਾਹਮਣੇ ਖੜ ਕੇ। ਇਹ ਤੁਸੀਂ ਮਨ ਵੀ ਲੀਲਾ ਕਰ ਰਹੇ ਹੋ। ਜਿਵੇਂ ਮਨੁੱਖ ਕਮਜ਼ੋਰ ਜਿਹਾ ਹੁੰਦਾ ਆਪ ਹੱਥ ਜੋੜਦਾ, ਐ ਮਾਰਾ ਸਾਡੇ ਸਾਹਮਣੇ ਖੜ ਗਏ ਤੁਸੀਂ। ਦਾਸ ਕੋ ਬਢਾਈ ਦੇਤ ਸਦਾ ਹੀ ਆਨੰਦ ਤੇ। ਆਪ ਤੋਂ ਆਨੰਦ ਸਰੂਪ ਮਾਰਾ ਤਾਂ ਸੇਵਕਾਂ ਨੂੰ ਵਡਿਆਈ ਦੇ ਰਹੇ ਹੋ ਤੁਸੀਂ। ਆਪ ਸਮਰਾਥ ਆਪ ਜੋਰ ਹੱਥ ਕੈਸੇ ਕਹੋ। ਆਪ ਇੰਨੇ ਸਮਰੱਥ ਹੁੰਦੇ ਹੱਥ ਜੋੜ ਕੇ ਕਿਉਂ ਕਹਿੰਦੇ ਹੋ ਇਸ ਤਰ੍ਹਾਂ। ਅਮਰਤ ਕੋ ਦਇਆ ਹੋ ਕਿਮ ਕਮੀ ਹੈ ਬਲੰਦ ਤੇ। ਵੱਡੇ ਤੋਂ ਵੱਡੇ ਹੋ ਮਹਾਰਾਜ, ਅੱਗੇ ਤੁਹਾਡੇ 'ਚ ਕੋਈ ਕਮੀ ਹੈ? ਤੁਸੀਂ ਸਾਡੇ ਕੋਲ ਅੰਮ੍ਰਿਤ ਕਿਉਂ ਮੰਗਦੇ ਹੋ? ਬੋਲੇ ਗੁਰ ਪੂਰਨ ਪੁਰਖ ਕਰਤਾਰ ਪ੍ਰਭ। ਉਸ ਵੇਲੇ 10ਵੇਂ ਪਾਤਸ਼ਾਹ ਬੋਲੇ ਪੰਜਾਂ ਪਿਆਰਿਆਂ ਪ੍ਰਤੀ, ਜੋ ਪੂਰਨ ਕਰਤਾ ਪੁਰਖ ਪ੍ਰਭੂ ਦਾ ਸਰੂਪ ਹਨ। ਅਨੇਕ ਵੇਦ ਵਿਸ਼ਨ ਮਹੇਸ਼ ਹੈ ਜੋ ਦੇਹ ਮੈਂ ਅਨੇਕ ਵੇਦ ਵਿਸ਼ਨ ਮਹੇਸ਼ ਹੈ। ਖਾਲਸਾ ਜੀ ਦੇਹ ਧਾਰੀ ਤਾਂ ਹੋਰ ਵੀ ਬੇਅੰਤ ਨੇ, ਅਸੀਂ ਵੀ ਉਸੇ ਤਰ੍ਹਾਂ ਦੇਹ ਧਾਰੀ ਹੈ। ਬ੍ਰਹਮਾ ਵਿਸ਼ਨੂੰ ਸ਼ਿਵ ਜੀ ਸ੍ਰਿਸ਼ਟੀ ਦੇ ਹਰਤਾ ਕਰਤਾ ਹਨ, ਦੇਹਾਂ ਤਾਂ ਉਹ ਵੀ ਲੈ ਕੇ ਆਏ ਹਨ। ਜੋਤੀ ਰੂਪ ਏਕੰਕਾਰ ਸਭ ਕੇ ਆਧਾਰ ਨਿਤ। ਲੇਕਿਨ ਸਾਰੀਆਂ ਦੇਹਾਂ ਦੇ ਅੰਦਰ ਆਧਾਰ ਆਸਰਾ ਰੂਪ ਸਭ ਕਾ ਅਧਿਸ਼ਠਾਨ ਰੂਪ ਜੋਤੀ ਸਰੂਪ ਬ੍ਰਹਮ ਵਾਹਿਗੁਰੂ ਅਕਾਲ ਪੁਰਖ ਅੰਤਰਜਾਮੀ ਹੈ। ਆਪ ਨਿਰਾਧਾਰ ਜਾਂ ਕੋ ਜਾਣਤੇ ਅਸ਼ੇਸ਼ ਹੈ। ਜਿਸ ਨੂੰ ਸਾਰੇ ਜਾਣਦੇ ਨੇ ਆਪ ਨਿਰਾਧਾਰ ਹੈ ਔਰ ਸਾਰਿਆਂ ਦਾ ਆਸਰਾ ਹੈ।